ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 86 ਤੇ ਉੱਤੋਂ 7ਵੀਂ ਲਾਈਨ, ਸ਼ਲੋਕ ਮਹਿਲਾ ਤੀਜਾ। ਪੰਡਿਤ ਪੜ੍ਹ ਪੜ੍ਹ ਉੱਚਾ ਕੂਕਦਾ, ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨ ਚੀਨਈ, ਮਨ ਮੂਰਖ ਗਾਵਾਰ। ਦੂਜੈ ਭਾਏ ਜਗਤ ਪ੍ਰਬੋਧ ਦਾ, ਨਾ ਬੂਝੈ ਵਿਚਾਰ। ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਪੰਡਤ ਪੜ੍ਹ ਪੜ੍ਹ ਉੱਚਾ ਕੂਕਦਾ। ਪੰਡਤ ਜਿਹੜਾ ਉੱਚੀ ਉੱਚੀ ਪੜ੍ਹਦਾ, ਜਿਹੜੇ ਧਾਰਮਿਕ ਗ੍ਰੰਥ ਨੇ ਉੱਚੀ ਉੱਚੀ ਬੋਲ ਕੇ ਪੜ੍ਹਦਾ। ਭਾਵਨਾ ਅੰਦਰ ਕੀ ਹੈ? ਮਾਇਆ ਮੋਹ ਪਿਆਰ। ਮਾਇਆ ਨਾਲ ਮੋਹ ਹੈ, ਮਾਇਆ ਨਾਲ ਪਿਆਰ ਹੈ। ਮਾਇਆ ਦੀ ਖਾਤਰ ਉੱਚੀ ਉੱਚੀ ਬੋਲ ਰਿਹਾ ਹੈ, ਕਿਉਂਕਿ ਕਈ ਵਾਰੀ ਧਾਰਮਿਕ ਕੰਮਾਂ ਇਹ ਕਿੱਤਾ ਹੁੰਦਾ। ਜਿਵੇਂ ਪਾਠੀ ਹੈ, ਉਹਦਾ ਇੱਕ ਕਿੱਤਾ ਹੈ, ਉਹ ਬੋਲ ਬੋਲ ਕੇ ਪਾਠ ਕਰਦੇ ਲੋਕਾਂ ਨੂੰ ਸੁਣਾਉਣਾ ਹੁੰਦਾ। ਕਈਆਂ ਦਾ ਕਿੱਤਾ ਕੀਰਤਨ ਹੈ। ਕਿੱਤਾ ਉਸ ਨੂੰ ਕਹਿੰਦੇ ਜਿਸ ਕੰਮ ਦੇ ਬਦਲੇ ਪੈਸੇ ਮਿਲਦੇ ਹੋਣ। ਜੇ ਪਾਠੀ ਹੈ, ਉਹ ਪਾਠ ਕਰਦਾ ਮਾਇਆ ਦੀ ਖਾਤਰ। ਕੀਰਤਨੀਆਂ ਕੀਰਤਨ ਕਰਦਾ ਮਾਇਆ ਦੀ ਖਾਤਰ। ਕਥਾਕਾਰ ਕਥਾ ਕਰਦਾ ਮਾਇਆ ਦੀ ਖਾਤਰ। ਉਹ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰ ਰਿਹਾ। ਉਹ ਤਾਂ ਮਾਇਆ ਦੀ ਖਾਤਰ ਪਾਠ ਕਰ ਰਿਹਾ, ਕੀਰਤਨ ਕਰ ਰਿਹਾ, ਕਥਾ ਵਾਰਤਾ ਕਰ ਰਿਹਾ। ਇਸੇ ਤਰ੍ਹਾਂ ਜਿਹੜਾ ਪੰਡਿਤ ਹੈ, ਉਹ ਧਾਰਮਿਕ ਗ੍ਰੰਥ ਉੱਚੀ ਉੱਚੀ ਪੜ੍ਹਦਾ ਹੈ, ਪਰ ਅੰਦਰ ਮਾਇਆ ਨਾਲ ਪਿਆਰ ਹੈ, ਮਾਇਆ ਨਾਲ ਮੋਹ ਹੈ। ਅੰਤਰ ਬ੍ਰਹਮ ਨ ਚੀਨਈ, ਉਹਦੇ ਅੰਦਰ ਜਿਹੜਾ ਪਰਮਾਤਮਾ ਵਸਦਾ ਹੈ, ਉਸ ਨੂੰ ਤਾਂ ਜਾਣਦਾ ਨਹੀਂ। ਮਨ ਮੂਰਖ ਗਾਵਾਰ, ਮਨ ਕਰਕੇ ਉਹ ਮੂਰਖ ਹੈ, ਗਾਵਾਰ ਹੈ, ਜਿਹਨੂੰ ਮਹਾਮੂਰਖ ਕਹਿੰਦੇ। ਧਾਰਮਿਕ ਗ੍ਰੰਥ ਪੜ੍ਹਦੇ ਸਨ ਪਰਮਾਤਮਾ ਨੂੰ ਜਾਣਨ ਲਈ। ਮਨੁੱਖ ਪੜ੍ਹ ਰਿਹਾ ਹੈ ਪੈਸਾ ਕਮਾਉਣ ਲਈ। ਇਸ ਕਰਕੇ ਕਿਹਾ ਦੂਜੇ ਪਾਏ ਜਗਤ ਪ੍ਰਬੋਧ ਦਾ। ਪ੍ਰਬੋਧਨਾ ਹੁੰਦਾ ਸਿੱਖਿਆ ਦੇਣਾ। ਦੂਜੇ ਪਾਏ ਮਾਇਆ ਨਾਲ ਪਿਆਰ ਹੈ। ਮਾਇਆ ਦੀ ਖਾਤਰ ਉਹ ਸੰਸਾਰ ਨੂੰ ਸਿੱਖਿਆ ਦੇ ਰਿਹਾ ਹੈ। ਨਾ ਬੂਝੈ ਵਿਚਾਰ, ਪਰ ਜੋ ਸਿੱਖਿਆ ਦੇ ਰਿਹਾ ਹੈ ਉਸ 'ਤੇ ਆਪ ਅਮਲ ਨਹੀਂ ਕਰਦਾ। ਜੋ ਜਗਤ ਨੂੰ ਸਿੱਖਿਆ ਦੇ ਰਹੇ ਨੇ, ਉਸ ਨੂੰ ਆਪ ਨਹੀਂ ਬੁੱਝਦਾ ਵੀ ਉਹ ਕੀ ਕਹਿੰਦੇ। ਸੰਸਾਰ ਨੂੰ ਤਾਂ ਸਿੱਖਿਆ ਦੇ ਰਿਹਾ, ਆਪ ਸਿੱਖਿਆ 'ਤੇ ਅਮਲ ਨਹੀਂ ਕਰਦਾ। ਕਿਉਂ ਕਹਿੰਦਾ ਮੈਨੂੰ ਤਾਂ ਇਸ 'ਤੇ ਪੈਸੇ ਮਿਲਦੇ ਨੇ। ਮੰਨ ਲਓ ਮੈਂ ਕਥਾ ਕਰਦਾ, ਮੈਨੂੰ ਦੇ ਬਦਲੇ ਪੈਸੇ ਮਿਲਦੇ ਨੇ। ਜ਼ਰੂਰੀ ਨਹੀਂ ਕਿ ਮੈਂ ਇਸ 'ਤੇ ਆਪ ਅਮਲ ਕਰਦਾ ਹਾਂ। ਪੈਸੇ ਦੀ ਖਾਤਰ ਅਗਲਾ ਕਥਾ ਕਰ ਰਿਹਾ, ਪੈਸੇ ਦੀ ਖਾਤਰ ਕੀਰਤਨ ਕਰ ਰਿਹਾ, ਪੈਸੇ ਦੀ ਖਾਤਰ ਪਾਠ ਕਰ ਰਿਹਾ, ਪੈਸੇ ਦੀ ਖਾਤਰ ਦੀਵਾਨ ਲਾ ਰਿਹਾ ਹੈ। ਮੁੱਖ ਉਦੇਸ਼ ਮਾਇਆ ਹੈ, ਆਪਣੇ ਆਪ ਦਾ ਸੁਧਾਰ ਨਹੀਂ ਹੈ। ਉਦੇਸ਼ ਹੈ ਮਾਇਆ ਕਮਾਉਣਾ। ਇਸ ਲਈ ਕਹਿੰਦੇ ਪੰਡਿਤ ਜਿਹੜਾ ਹੈ ਅੰਦਰ ਵਸਦੇ ਰੱਬ ਨੂੰ ਨਹੀਂ ਜਾਣਦਾ। ਇਸ ਲਈ ਮਨ ਕਰਕੇ ਮੂਰਖ ਹੈ, ਗਾਵਾਰ। ਦੂਜੇ ਪਾਏ ਮਾਇਆ ਦੀ ਖਾਤਰ ਉਹ ਸੰਸਾਰ ਨੂੰ ਸਿੱਖਿਆ ਦਿੰਦਾ, ਪ੍ਰਬੋਧਦਾ। ਨਾ ਬੂਝੈ ਵਿਚਾਰ, ਪਰ ਜੋ ਧਾਰਮਿਕ ਗ੍ਰੰਥਾਂ ਵਿਚਾਰ ਦਿੱਤਾ ਉਸ ਨੂੰ ਸਮਝਦਾ ਨਹੀਂ, ਉਸ 'ਤੇ ਅਮਲ ਨਹੀਂ ਕਰਦਾ। ਇਸ ਤਰ੍ਹਾਂ ਫਿਰ ਕੀ ਹੁੰਦਾ? ਬਿਰਥਾ ਜਨਮ ਗਵਾਇਆ,
ਮਰ ਜੰਮੈ ਵਾਰੋ ਵਾਰ। ਉਹ ਇਸ ਜੀਵਨ ਨੂੰ ਵਿਅਰਥ ਗੁਆ ਕੇ ਚਲੇ ਜਾਂਦਾ। ਆਇਆ ਸੀ ਨਾਮ ਜਪਣ ਨੂੰ, ਆਇਆ ਸੀ ਪਰਮਾਤਮਾ ਪ੍ਰਾਪਤ ਕਰਨ ਨੂੰ, ਪਰ ਉਹ 'ਤੇ ਧਾਰਮਿਕ ਗ੍ਰੰਥ ਮਾਇਆ ਦੀ ਖਾਤਰ ਪੜ੍ਹਦੇ ਰਹੇ। ਇਸ ਲਈ ਇਹ ਮਨੁੱਖਾ ਜਨਮ ਵਿਅਰਥ ਚਲਿਆ ਗਿਆ। ਮਰ ਜੰਮੈ ਵਾਰੋ ਵਾਰ। ਅਤੇ ਉਹ ਵਾਰੀ ਵਾਰੀ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਮਹਿਲਾ ਤੀਜਾ। ਜਿਨੇ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ। ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ। ਚੂਕੈ ਕੂਕ ਪੁਕਾਰ ਆਪੈ ਨੂੰ ਆਪ ਖਾਏ। ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ। ਨਾਨਕ ਸ਼ਬਦ ਰਤੇ ਸੇ ਮੁਕਤ ਹੈ। ਸੇ ਜਿਹੜਾ ਸ਼ਬਦ ਹੈ ਬਹੁਵਚਨ ਹੁੰਦਾ। ਜੇ ਸੋ ਹੁੰਦਾ ਫਿਰ ਉਹ ਮੁਕਤ ਹੈ। ਸੇ ਕਿਉਂਕਿ ਪਹਿਲਾਂ ਹੈ ਨਾ ਨਾਨਕ ਸ਼ਬਦ ਰਤੇ। ਜੇ ਹੁੰਦਾ ਰਤਾ ਫਿਰ ਇੱਕ ਵਚਨ ਹੋਣਾ ਸੀ। ਰਤੇ ਬਹੁਵਚਨ ਹੈ, ਇਸ ਲਈ ਅੱਗੇ ਸੇ ਆਇਆ। ਸੇ ਬਹੁਵਚਨ ਹੈ, ਇਸ ਲਈ ਹੈ ਦਾ ਬਹੁਵਚਨ ਕਿਹਦਾ ਹੈ। ਪੰਜਾਬੀ 'ਚ ਹਨ ਹੁੰਦਾ। ਪੰਜਾਬੀ 'ਚ ਹੈ ਦਾ ਬਹੁਵਚਨ ਹਨ ਹੁੰਦਾ। ਲੜਕਾ ਜਾਂਦਾ ਹੈ, ਲੜਕੇ ਜਾਂਦੇ ਹਨ। ਪਰ ਹਿੰਦੀ 'ਚ ਲੜਕਾ ਜਾਤਾ ਹੈ, ਲੜਕੇ ਜਾਤੇ ਹੈ ਹੁੰਦਾ। ਇਹ ਹਿੰਦੀ ਹੈ। ਨਾਨਕ ਸ਼ਬਦ ਰਤੇ ਸੇ ਮੁਕਤ ਹੈ। ਹਰ ਜੀਉ ਹੇਤ ਪਿਆਰ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਜਿਨੇ ਸਤਿਗੁਰ ਸੇਵਿਆ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਤਿਨੇ ਨਾਮ ਪਾਇਆ, ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋਈ। ਬੂਝੋ ਕਰ ਵਿਚਾਰ। ਕਹਿ ਵਿਚਾਰ ਕਰਕੇ ਇਸ ਗੱਲ ਨੂੰ ਸਮਝ ਲਓ, ਕਿਉਂਕਿ ਨਾਮ ਦਾ ਦਾਤਾ ਤੇ ਗੁਰੂ ਹੈ, ਮੁਕਤੀ ਦਾ ਦਾਤਾ ਪਰਮਾਤਮਾ ਹੈ, ਨਾਮ ਦਾ ਦਾਤਾ ਗੁਰੂ ਹੈ। ਫਿਰ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਵਿਚਾਰ ਕਰਕੇ ਇਸ ਗੱਲ ਨੂੰ ਕਹਿੰਦੇ ਸਮਝੋ। ਸਦਾ ਸ਼ਾਂਤ ਸੁਖ ਮਨ ਵਸੈ। ਚੂਕੈ ਕੂਕ ਪੁਕਾਰ। ਜਿਨ੍ਹਾਂ ਨੂੰ ਫਿਰ ਨਾਮ ਦੀ ਪ੍ਰਾਪਤੀ ਹੋ ਜਾਂਦੀ ਨੇ ਉਹ ਸਦਾ ਹੀ ਸ਼ਾਂਤ ਰਹਿੰਦੇ ਨੇ। ਉਹਨਾਂ ਦੇ ਮਨ 'ਚ ਸੁਖ ਵਸ ਜਾਂਦਾ, ਸੁਖੀ ਹੋ ਜਾਂਦੇ ਨੇ। ਚੂਕੈ ਕੂਕ ਪੁਕਾਰ। ਅਤੇ ਰੋਜ਼ ਦਾ ਉਹਨਾਂ ਦਾ ਰੋਣਾ ਧੋਣਾ ਖਤਮ ਹੋ ਜਾਂਦਾ। ਕੂਕ ਪੁਕਾਰ ਕਰਦੇ ਰਹੇ, ਅਸੀਂ ਬੜੇ ਦੁਖੀ ਹਾਂ ਜੀ, ਸਾਡਾ ਕੋਈ ਕੰਮ ਨਹੀਂ ਹੁੰਦਾ ਜੀ, ਸਾਡਾ ਆਹ ਨਹੀਂ ਹੁੰਦਾ, ਸਾਡਾ ਉਹ ਨਹੀਂ ਹੁੰਦਾ। ਜਦੋਂ ਨਾਮ ਜਪਦਾ ਬੰਦਾ ਫਿਰ ਉਹਦਾ ਇਹ ਰੋਣੇ ਧੋਣੇ ਖਤਮ ਹੋ ਜਾਂਦੇ ਨੇ। ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਉਹਦੇ ਮਨ 'ਚ ਸੁੱਖ ਵਸ ਜਾਂਦਾ। ਬਾਣੀ ਪੜ੍ਹਾਂਗੇ, ਇਸ ਨੂੰ ਚੰਗੀ ਤਰ੍ਹਾਂ ਸਮਝਾਂਗੇ ਤਾਂ ਹੀ ਨਾਮ ਜਪਣ ਲੱਗਾਂਗੇ ਨਾ। ਕੀ ਨਹੀਂ ਹੈ ਹੀ ਇਸ ਤਰ੍ਹਾਂ। ਅੱਛਾ, ਉਹ ਤਾਂ ਹੁਣ ਜਿਵੇਂ ਆਪਾਂ ਭਗਤਾਂ ਦੀ ਬਾਣੀ ਹੈ ਉਹ ਹਿੰਦੀ 'ਚ ਹੀ ਸੀ। ਜੇ ਗੁਰੂ ਨਾਨਕ ਦੇਵ ਦੀ ਬਾਣੀ ਵੀ ਪਤਾ ਨਹੀਂ, ਕੋਈ ਸਬੂਤ ਨਹੀਂ ਕਿਸ ਭਾਸ਼ਾ 'ਚ ਸੀ। ਮੈਂ ਦੱਸਣ ਲੱਗਾ ਨਾ ਜੀ, ਇਹਦਾ ਜਿਹੜੀ ਗੁਰਮੁਖੀ ਹੈ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਪ੍ਰਗਟ ਕੀਤੀ। ਊੜਾ ਆੜਾ ਈੜੀ ਪੰਜਾਬੀ ਦਾ ਜਿਹੜਾ ਹੈ ਪਹਿਲਾਂ ਵੀ ਸੀ ਊੜਾ ਆੜਾ ਈੜੀ ਸੱਸਾ, ਉਹਨਾਂ ਨੇ ਇਸ ਨੂੰ ਗੁਰਮੁਖੀ ਰੂਪ ਦਿੱਤਾ। ਹਾਂ, ਹੁਣ ਤੁਸੀਂ ਪੁੱਛੋ ਕੀ ਪੁੱਛਦੇ ਹੋ। ਜੋ ਕੁਛ ਹੈ ਇਸਤਰੀ ਉਚਾਰਨ ਕੀਤੀ ਸੀ। ਹਾਂ, ਪੰਜ ਪਾਤਸ਼ਾਹ ਦੇ ਸਿਰਫ ਉਹਨੂੰ ਲਿਖਿਆ ਬਸ। ਕਿਉਂਕਿ ਸਾਰੀ ਬਾਣੀ ਨੂੰ ਇੱਕੋ ਨਿਯਮ ਅਨੁਸਾਰ ਲਿਖਣਾ ਸੀ, ਚਾਹੇ ਭਗਤਾਂ ਦੀ ਹੈ ਚਾਹੇ ਗੁਰੂਆਂ ਦੀ। ਸਾਰੇ ਦੀ ਗ੍ਰੈਮਰ ਇੱਕੋ ਰੱਖੀ ਹੈ ਤਾਂ ਜੋ ਅਰਥ ਅੱਡ ਅੱਡ ਨਾ ਹੋ ਜਾਣ। ਭਗਤਾਂ ਦੀ ਬਾਣੀ ਦੇ ਜਿਹੜੇ ਨੇ ਸਿਹਾਰੀਆਂ ਬਿਹਾਰੀਆਂ 'ਚ ਫਰਕ ਹੋ ਸਕਦਾ, ਉਹਨਾਂ ਦੀ ਆਪਣੇ ਜਿਹੜੀ ਕਿਤਾਬ ਉਹਨਾਂ ਦੀ। ਇੱਥੇ ਉਹਨਾਂ ਦੀਆਂ ਸਿਹਾਰੀਆਂ ਬਿਹਾਰੀਆਂ ਔਂਕੜ ਜਿਹੜੇ ਨੇ ਉਹ ਗੁਰਬਾਣੀ ਦੇ ਨਿਯਮ ਅਨੁਸਾਰ ਲਾਏ ਹੋਏ ਹਨ। ਹਾਂਜੀ, ਤਾਂ ਜੋ ਇੱਕ ਸ਼ਬਦ ਦਾ ਇੱਕੋ ਹੀ ਅਰਥ ਨਿਕਲੇ, ਇਹ ਨਾ ਦੋ ਦੋ ਚਾਰ ਚਾਰ ਅਰਥ ਹੋਣ।
ਉਹ ਤਾਂ ਹੋਏਗਾ ਜਦੋਂ ਸਾਨੂੰ ਗ੍ਰੈਮਰ ਆਉਂਦੀ ਹੋਵੇਗੀ। ਹਰ ਜ਼ੁਬਾਨ ਦੀ ਗ੍ਰੈਮਰ ਹੁੰਦੀ ਹੈ, ਕੋਈ ਵਿਆਕਰਨ ਤੋਂ ਬਿਨਾਂ ਜ਼ੁਬਾਨ ਨਹੀਂ ਲਿਖੀ ਜਾਂਦੀ। ਪੰਜਾਬੀ ਦੀ ਆਪਣੀ ਵਿਆਕਰਨ ਹੈ, ਹਿੰਦੀ ਦੀ ਆਪਣੀ ਵਿਆਕਰਨ ਹੈ, ਇੰਗਲਿਸ਼ ਦੀ ਆਪਣੀ ਹੈ, ਅਰਬੀ ਫਾਰਸੀ ਦੀ ਆਪਣੀ ਹੈ, ਇਸ ਤਰ੍ਹਾਂ ਗੁਰਬਾਣੀ ਦੀ ਵੀ ਆਪਣੀ ਵਿਆਕਰਨ ਹੈ। ਜਦੋਂ ਆਪਾਂ ਧਿਆਨ ਨਾਲ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ, ਫਿਰ ਕਿਤੇ ਸਿਹਾਰੀ ਲਾਈ ਹੈ, ਕਿਤੇ ਔਂਕੜ ਲਾਇਆ ਹੈ, ਬੋਲ ਨਹੀਂ ਹੋ ਰਹੇ ਪਰ ਲੱਗੇ ਨੇ, ਬੋਲ ਨਹੀਂ ਉਹ ਸ਼ਬਦ ਰਹੇ ਪਰ ਸਿਹਾਰੀਆਂ ਬੈਰੀਆਂ ਪਰ ਲੱਗੇ ਹੋਏ ਨੇ, ਕਿਉਂਕਿ ਉਹਨਾਂ ਦਾ ਅਰਥ ਹੈ, ਉਹ ਅਰਥ ਲਈ ਲਾਏ ਹੋਏ ਹਨ। ਆਪੇ ਨੂੰ ਆਪ ਖਾਏ। ਹੁਣ ਜਿਵੇਂ ਦੇਖੋ ਆਪ ਹੈ, ਪੱਪੇ ਨੂੰ ਔਂਕੜ ਲਾ ਰੱਖਿਆ ਪਰ ਬੋਲਦਾ ਨਹੀਂ ਹੈ ਨਾ। ਆਪੇ ਨੂੰ ਆਪੋ ਖਾਏ ਨਹੀਂ ਹੈਗਾ, ਆਪਾਂ ਪੜ੍ਹਦੇ ਆਪ ਖਾਏ ਪੜ੍ਹਦੇ। ਆਪ ਇੱਥੇ ਨਾਊਨ ਹੈ, ਨਾਊਨ ਇੱਥੇ ਹਉਮੈ ਹੈ ਵੀ ਆਪ ਆਪਣੇ ਅੰਦਰੋਂ ਹਉਮੈ ਨੂੰ ਖਾ ਜਾਂਦਾ, ਪਾ ਮੁਕਾ ਦਿੰਦਾ। ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ, ਗੁਰ ਸ਼ਬਦੀ ਵਿਚਾਰ। ਮਨੁੱਖ ਗੁਰੂ ਦੇ ਸ਼ਬਦ ਦੀ ਜਦੋਂ ਵਿਚਾਰ ਕਰਦਾ ਹੈ, ਜਦੋਂ ਬਾਣੀ ਦੀ ਵਿਚਾਰ ਕਰਦਾ ਹੈ, ਫਿਰ ਉਹ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੰਦਾ। ਇਸ ਤਰ੍ਹਾਂ ਦਾ ਮਨ ਨਿਰਮਲ ਹੋ ਜਾਂਦਾ। ਜਦੋਂ ਆਪਾਂ ਬਾਣੀ ਦੀ ਵਿਚਾਰ ਕਰਾਂਗੇ, ਫਿਰ ਸਾਨੂੰ ਸਮਝ ਆ ਜਾਏਗਾ ਕਿ ਜੋ ਕੁਝ ਵੀ ਸਾਡੇ ਕੋਲ ਹੈ, ਭਾਵੇਂ ਉਹ ਸਾਡੇ ਯਤਨਾਂ ਕਾਰਨ ਸਾਡੇ ਕੋਲ ਹੈ, ਪਰ ਉਹ ਦਿੱਤਾ ਪਰਮਾਤਮਾ ਦਾ ਹੈ। ਸਾਨੂੰ ਇਹ ਫਿਰ ਵਿਸ਼ਵਾਸ ਹੈ, ਨਹੀਂ ਤਾਂ ਸਾਨੂੰ ਵਿਸ਼ਵਾਸ ਹੀ ਨਹੀਂ ਹੁੰਦਾ। ਜੋ ਤੁਹਾਡੇ ਕੋਲ ਹੈ, ਤੁਸੀਂ ਕਿਹਾ ਬਸ ਆਪ ਬਣਾਇਆ ਜੀ। ਮੰਨ ਲਓ ਘਰ ਹੀ ਹੈ ਤੁਹਾਡੇ ਕੋਲ, ਤੇ ਮੈਂ ਤਾਂ ਲੋਨ ਲਿਆ ਜੀ, ਮੈਂ ਤਾਂ ਲੋਨ ਲੈ ਕੇ ਘਰ ਪਾਇਆ ਜੀ, ਕੁਛ ਆਪਣੇ ਕੋਲੋਂ ਪੈਸੇ ਇਕੱਠੇ ਕੀਤੇ ਜੀ, ਇਹ ਤਾਂ ਰੱਬ ਦਾ ਕਿਆ ਮਤਲਬ ਹੈ ਜੀ। ਜੇ ਆਪਣੇ ਕੋਲੋਂ ਮਨੁੱਖ ਘਰ ਬਣਾ ਸਕਦਾ ਹੁੰਦਾ ਤਾਂ ਕਰੋੜਾਂ ਲੋਕ ਜਿਹੜੇ ਨੇ ਸੜਕਾਂ 'ਤੇ ਨਾ ਸੌਂਦੇ। ਹਿੰਦੁਸਤਾਨ ਦੇ ਕਰੋੜਾਂ ਲੋਕ ਨੇ ਜਿਨ੍ਹਾਂ ਕੋਲ ਰਹਿਣ ਨੂੰ ਝੌਂਪੜੀ ਵੀ ਨਹੀਂ ਹੈਗੀ। ਉਹ ਕੋਈ ਪਲੈਟਫਾਰਮ 'ਤੇ ਸੁੱਤਾ ਹੋਇਆ ਹੈ, ਕੋਈ ਬੱਸ ਸਟੈਂਡ ਦੇ ਸ਼ੈੱਡ ਦੇ ਹੇਠਾਂ ਸੁੱਤਾ ਹੋਇਆ, ਕੋਈ ਸੜਕਾਂ ਦੇ ਕੰਢਿਆਂ 'ਤੇ ਸੁੱਤਾ ਹੋਇਆ। ਜੇ ਆਪ ਹੀ ਅਸੀਂ ਕਰ ਸਕਦੇ ਹੁੰਦੇ, ਫਿਰ ਸਾਰੇ ਘਰ ਛੋਟਾ ਮੋਟਾ ਪਾ ਲੈਂਦੇ। ਇਹ ਤਾਂ ਉਹਦੀ ਦਾਤ ਹੈ। ਸੋ ਉਹਦੀ ਦਾਤ ਸਮਝਣੀ ਹੈ, ਉਹਦੀ ਕਿਰਪਾ ਸਮਝਣੀ ਹੈ ਕਿ ਪਰਮਾਤਮਾ ਨੇ ਸਾਨੂੰ ਇਸ ਗੱਲ ਦੇ ਯੋਗ ਬਣਾਇਆ ਹੈ ਕਿ ਅਸੀਂ ਆਪਣਾ ਘਰ ਬਣਾ ਸਕੇ ਹਾਂ। ਨਹੀਂ ਤਾਂ ਕਿਹਦਾ ਨਹੀਂ ਜੀਅ ਕਰਦਾ ਮੇਰਾ ਘਰ ਹੋਵੇ, ਹਰ ਇੱਕ ਚਾਹੁੰਦਾ, ਪਰ ਪੈਸੇ ਹੀ ਨਹੀਂ ਕੋਲ ਹੁੰਦਾ। ਕੋਈ ਪੈਸੇ ਕੋਲ ਕੋਈ ਨਹੀਂ, ਬਣਾਏ ਤਾਂ ਬਣਾਏ ਕਿੱਥੋਂ। ਮੈਂ ਯੂਪੀ ਗਿਆ, ਉਹ ਭਈਏ ਲੱਗੇ ਹੋਏ ਸਨ। ਮੈਂ ਜੀ ਕਿੰਨੀ ਦਿਹਾੜੀ ਤੁਹਾਨੂੰ ਮਿਲ ਕੇ 200 ਰੁਪਇਆ। ਮੈਂ ਮਹੀਨੇ 'ਚ ਕਿੰਨੀ ਕੁ ਵਾਰ ਦਿਹਾੜੀ, ਕਦੇ 20 ਕੁ ਦਿਨ ਬੱਸਾਂ ਮਿਲਦੀ ਹੈ ਜੀ। 4,000 ਕੁੱਲ ਹੋਇਆ। ਹੁਣ 4,000 'ਚ ਸਾਰੇ ਟੱਬਰ ਦਾ ਗੁਜ਼ਾਰਾ ਕਰਨਾ ਕਿੰਨਾ ਔਖਾ ਹੈ। ਗਰੀਬਾਂ ਦੇ ਬੱਚੇ ਵੀ ਜ਼ਿਆਦਾ ਹੁੰਦੇ ਨੇ, ਗਰੀਬਾਂ ਦੇ ਬੱਚੇ ਵੀ ਜ਼ਿਆਦਾ ਹੁੰਦੇ ਨੇ, ਕਿਉਂਕਿ ਅਮੀਰ ਦੇ ਘਰ ਪੈਦਾ ਹੋਣ ਲਈ ਤੁਹਾਨੂੰ ਬੜੇ ਤਗੜੇ ਤੁਹਾਡੇ ਮਗਰ ਕਰਮ ਚਾਹੀਦੇ ਨੇ, ਤਾਂ ਹੀ ਅਮੀਰ ਦੇ ਪੈਦਾ ਹੋਏ ਗਏ ਨੇ। ਜਿਹੜੇ ਇੱਥੇ ਜਿਹੜੇ ਪੁੱਠੇ ਕੰਮ ਕਰਦੇ ਨੇ, ਲੁੱਚੇ ਲਫੰਗੇ ਨੇ, ਲੁੱਟਾਂ ਖੋਹਾਂ ਕਰਦੇ ਨੇ, ਇਹਨਾਂ ਨੇ ਗਰੀਬ ਦੇ ਘਰ ਹੀ ਪੈਦਾ ਹੋਣਾ। ਜਾਂ ਰੁਲੀ ਜਾ ਹੁਣ ਜਿਹੜੇ ਇੱਥੇ ਭਜਨ ਬੰਦਗੀ ਕਰਦੇ ਨੇ, ਪੁੰਨ ਦਾਨ ਕਰਦੇ ਨੇ, ਉਹਨਾਂ ਅਮੀਰਾਂ ਦੇ ਘਰ ਪੈਦਾ ਹੋਣਾ, ਉਹਨੂੰ ਮੌਜਾਂ ਕਰਨੀਆਂ ਨੇ। ਅਤੇ ਫਿਰ ਕਿਉਂਕਿ ਚੰਗੀ ਕਿਸਮਤ ਵਾਲੇ ਬਹੁਤ ਘੱਟ ਲੋਕ ਹੁੰਦੇ, ਇਸ ਲਈ ਅਮੀਰਾਂ ਦੇ ਬੱਚੇ ਘੱਟ ਹੁੰਦੇ ਨੇ। ਅਰਬਾਂ ਖਰਬਾਂ ਪਤੀ ਹੁੰਦੇ, ਕਈ ਵਾਰੀ ਕੋਈ ਬੱਚੇ ਨਹੀਂ ਹੁੰਦਾ ਉਹਨਾਂ ਦੇ। ਕਿਉਂ? ਅਰਬਾਂ ਖਰਬਾਂ ਪਤੀ ਦੇ ਘਰ ਪੈਦਾ ਹੋਣ ਲਈ ਮਗਰ ਪਤਾ ਨਹੀਂ ਬੱਚੇ ਦੀ ਕਿੰਨੀ ਤਗੜੀ ਕਿਸਮਤ ਚਾਹੀਦੀ, ਤਾਂ ਪੈਦਾ ਹੋਏਗਾ। ਜਿੰਨਾ ਗੰਦ ਮੰਦ ਜਿਹਾ ਹੈ, ਉਹ ਅਗਲੇ ਜਨਮ 'ਚ ਫਿਰ ਗਰੀਬਾਂ ਦੇ ਘਰ ਪੈਦਾ ਹੋ ਜਾਵੇ। ਜੋ ਦਫਾ ਹੋ ਤੇ ਧੱਕੇ ਖਾਈ ਜਾਓ ਤੁਸੀਂ। ਉਹਨਾਂ ਫਿਰ ਸਮਝ ਨਹੀਂ ਆਉਂਦੀ ਵੀ ਕੀ ਕਾਰਨ ਹੈ ਜੀ। ਬਾਣੀ ਸੁਣਨ, ਸਤ ਸੰਗਤ ਕਰਨ, ਇਹਨੂੰ ਸਮਝਣ, ਫਿਰ ਸਮਝ ਆਵੇ ਵੀ ਅਸੀਂ ਕਰਮ ਹੀ ਐਸੇ ਕੀਤੇ ਹੋਏ ਹਨ। ਹੁਣ ਮੰਗਤਾ ਹੈ, ਹੁਣ ਤੁਸੀਂ 10,000 ਰੁਪਈਆ ਦੇ ਦਿਓ। ਇਹ ਨਹੀਂ ਕਿ ਮਹੀਨਾ 2 ਮਹੀਨੇ ਮੰਗਣ ਨਹੀਂ ਹੈਗੇ ਨਾ। ਅਗਲੇ ਦਿਨ ਫਿਰ ਉਸੇ ਤੇਰੀ ਸੜਿਆ ਜਿਹਾ ਠੂਠਾ ਜਿਹਾ ਲੈ ਕੇ, ਸੜੇ ਜਿਹੇ ਕੱਪੜੇ ਪਾ ਕੇ ਗੰਦੀ ਥਾਂ 'ਤੇ ਬੈਠਾ ਹੋਵੇਗਾ।
ਕਿਹੜਾ ਹੋਏਗਾ? ਚਾਹੇ 10,000 ਦੇ ਦਿਓ। ਇਹ ਨਹੀਂ ਵੀ ਚੱਲ ਮੈਂ 2-4 ਮਹੀਨੇ ਹੁਣ ਆਰਾਮ ਕਰ ਲਾਂ, ਮੈਨੂੰ ਕੀ ਲੋੜ ਜੇ ਮੇਰੇ ਕੋਲ ਪੈਸੇ ਹੈਗੇ ਨਾ। ਉਹਨਾਂ ਦੇ ਭਾਗਾਂ ਜੀ ਮੰਗਣਾ ਲਿਖਿਆ ਹੋਇਆ ਹੈ। ਸੋ ਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰ ਸ਼ਬਦ ਵਿਚਾਰ ਕਰਦੇ ਨੇ ਉਹ ਆਪਣੇ ਅੰਦਰ ਹਉਮੈ ਨੂੰ ਖਤਮ ਕਰਨ, ਆਪੇ ਨੂੰ ਆਪ ਖਾਏ, ਉਹ ਆਪਣੇ ਅੰਦਰ ਹਉਮੈ ਖਤਮ ਕਰਨ, ਉਹਨਾਂ ਦਾ ਮਨ ਨਿਰਮਲ ਹੋ ਜਾਂਦਾ। ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਹਰ ਜੀਉ ਹੇਤ ਪਿਆਰ। ਜਿਹੜੇ ਨਾਮ ਨਾਲ ਰੰਗੇ ਗਏ ਉਹ ਮੁਕਤ ਹੋ ਜਾਂਦੇ ਨੇ। ਨਾਮ ਨਾਲ ਰੰਗੇ ਗਏ ਨੇ, ਪਰ ਨਾਮ ਨਾਲ ਉਹਨਾਂ ਦਾ ਪਿਆਰ ਹੈ। ਜਦੋਂ ਪਿਆਰ ਹੁੰਦਾ ਫਿਰ ਹਰ ਵਕਤ ਨਾਮ ਜਪਦੇ ਰਹਿੰਦੇ ਨੇ ਅਤੇ ਫਿਰ ਮੁਕਤ ਹੋ ਜਾਂਦੇ ਨੇ। ਹਰ ਜੀਉ ਹੇਤ ਪਿਆਰ, ਉਹ ਪਰਮਾਤਮਾ ਨੂੰ ਪਿਆਰ ਕਰਦੇ ਨੇ। ਹੇਤ ਮੈਨੇ ਵੀ ਪਿਆਰ ਹੀ ਹੁੰਦਾ, ਉਹ ਪਰਮਾਤਮਾ ਨੂੰ ਪਿਆਰ ਕਰਦੇ ਨੇ, ਉਹ ਨਾਮ 'ਚ ਰੰਗੇ ਜਾਂਦੇ ਨੇ, ਉਹ ਮੁਕਤ ਹੋ ਜਾਂਦੇ ਨੇ। ਪੌੜੀ ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਏ। ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਗੁਰ ਸ਼ਬਦੀ ਹਰ ਪਾਈਐ, ਹਰ ਪਾਰ ਲੰਘਾਏ। ਮਨ ਹਟ ਕੇ ਨਾ ਪਾਇਓ, ਪੁੱਛੋ ਵੇਦਾਂ ਜਾਏ। ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲਏ ਹਰ ਲਾਏ। ਹਰ ਕੀ ਸੇਵਾ ਸਫਲ ਹੈ। ਹਰੀ ਦੀ ਸੇਵਾ ਕੀਤੀ, ਭਾਵ ਹਰੀ ਦਾ ਜਪਿਆ ਹੋਇਆ ਨਾਮ ਜੀਵਨ ਨੂੰ ਸਫਲਾ ਕਰਦਾ। ਪਰ ਕਿਸ ਦੀ ਸੇਵਾ ਸਫਲ ਹੈ? ਗੁਰਮੁਖ ਪਾਵੈ ਥਾਂ। ਜਿਹੜਾ ਗੁਰਮੁਖ ਬਣ ਕੇ ਪਰਮਾਤਮਾ ਦਾ ਨਾਮ ਜਪਦਾ, ਉਹਦੀ ਥਾਂ ਪੈਣਾ ਹੁੰਦਾ ਕਬੂਲ ਹੋਣਾ। ਉਹਦੀ ਸੇਵਾ, ਉਹਦਾ ਜਪਿਆ ਹੋਇਆ ਨਾਮ ਕਬੂਲ ਕਰ ਲੈਂਦਾ ਪਰਮਾਤਮਾ। ਇਸ ਲਈ ਅਸੀਂ ਗੁਰਮੁਖ ਬਣਨਾ ਹੈ, ਗੁਰੂ ਦੇ ਆਖੇ ਲੱਗ ਕੇ ਸੇਵਾ ਕਰਨੀ, ਆਪਣੀ ਮਰਜ਼ੀ ਨਾਲ ਨਹੀਂ ਕਰਨੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਚਿਤ ਲਾ ਕੇ ਕਰਨਾ, ਫਿਰ ਜਿਵੇਂ ਗੁਰੂ ਮਹਾਰਾਜ ਕਹਿੰਦੇ ਉਵੇਂ ਹੀ ਕਰਨਾ। ਕਈ ਬੀਬੀਆਂ ਨੂੰ ਮੈਂ ਦੇਖਿਆ, ਉਹ ਨਾ ਐਵੇਂ ਫਾਰਮੈਲਿਟੀ ਕਰ ਦਿੰਦੇ ਗੁਰਦੁਆਰੇ। ਝਾੜੂ ਉਹਨਾਂ ਨੇ ਐਂ ਦਾ ਚੱਕਿਆ ਹੁੰਦਾ, ਪੂੰਝਾ ਜੇ ਐਂ ਕਰੀ, ਉਹ ਪਹਿਲੇ ਹੀ ਸਾਫ਼ ਉੱਥੇ ਮੈਂ ਦੇਖਿਆ, ਪਹਿਲੇ ਹੀ ਸਾਫ਼ ਹੈ। ਉਹਨੂੰ ਕਰੀ ਵੀ ਹਾਂ ਮੈਂ ਜੀ ਉੱਥੇ ਜਿਹੜਾ ਹੈ ਸੇਵਾ ਕਰਕੇ ਆਈ, ਕਿ ਤੂੰ ਤਾਂ ਸਾਫ਼ ਨੂੰ ਹੀ ਸਾਫ਼ ਕਰਦੀ ਰਹੀ ਹੈ। ਇੱਕ ਬੀਬੀ ਐ ਲੱਗੀ ਹੋਈ, ਅਤੇ ਉਹ ਜਿਹੜੇ ਪਿਲਰ ਸਨ ਉਹਨਾਂ ਦੇ ਮਿੱਟੀ ਜੰਮੀ ਹੋਈ। ਗੁਰਦੁਆਰੇ ਦੂਖ ਨਾਲ ਮੈਂ ਗਿਆ, ਕਿੰਨਾ ਮਿੱਟੀ। ਮੈਂ ਬੀਬੀ ਕੋਈ ਕੱਪੜਾ ਲੈ ਕੇ ਥੰਮਲੇ ਹੀ ਸਾਫ਼ ਕਰ ਦਿਓ। ਇਹ ਤਾਂ ਪਹਿਲੇ ਹੀ ਸਾਫ਼ ਹੈ, ਜਿੱਥੇ ਤੁਸੀਂ ਝਾੜੂ ਫੇਰੇ ਤਾਂ ਪਹਿਲੇ ਹੀ ਸਾਫ਼ ਹੈ। ਆ ਥੰਮਲਾ ਦੇਖੋ, ਕਹਿੰਦੇ ਹਾਂ ਮਿੱਟੀ ਦੇ ਬੋਲ ਲੱਗੇ, ਮੈਂ ਇਹਨੂੰ ਸਾਫ਼ ਕਰ ਕੱਪੜਾ ਲੈ ਕੇ। ਅਗਰ ਕੁਦਰਤੀ ਮੈਂ ਤੀਜੇ ਦਿਨ ਫਿਰ ਗਿਆ, ਕਿਸੇ ਨੇ ਸਾਫ਼ ਕੀਤਾ, ਉਸ ਤੇਰੇ ਵੇਲਾ ਸੀ। ਸਾਫ਼ ਨੂੰ ਸਾਫ਼ ਕਰੀ ਜਾਣਗੇ, ਐ ਨਹੀਂ ਗੁਰੂ ਮਹਾਰਾਜ ਖੁਸ਼ ਹੁੰਦੇ। ਗੁਰੂ ਦੀ ਮਰਜ਼ੀ ਅਨੁਸਾਰ ਸੇਵਾ ਨੇ ਗੁਰਮੁਖ ਬਣਨਾ ਹੈ, ਗੁਰੂ ਦੇ ਆਖੇ ਲੱਗਣਾ, ਫਿਰ ਕੀਤੀ ਹੋਈ ਸੇਵਾ ਸਫਲੀ ਹੁੰਦੀ ਹੈ। ਮੰਨ ਲਓ ਮੇਰਾ ਸਿਰ ਦੁਖਦਾ, ਇੱਕ ਲੜਕਾ ਆ ਗਿਆ, ਮੈਂ ਕਾਕਾ ਮੇਰਾ ਸਿਰ ਘੁੱਟ ਦੇ। ਨਾ ਜੀ ਮੈਂ ਤਾਂ ਲੱਤਾਂ ਘੁੱਟੂ। ਉਹ ਨਹੀਂ ਭਾਈ ਮੇਰਾ ਸਿਰ ਘੁੱਟ, ਨਾ ਜੀ ਮੈਂ ਤਾਂ ਲੱਤਾਂ ਘੁੱਟੂ। ਕੀ ਉਹਦੀ ਸੇਵਾ ਪ੍ਰਵਾਨ ਹੋ ਜਾਏਗੀ? ਕਿਉਂ? ਉਹਨੇ ਆਪਣੀ ਮਰਜ਼ੀ ਕੀਤੀ। ਸੇਵਾ ਕਰਾਉਣ ਵਾਲੇ ਦੀ ਤਾਂ ਮਰਜ਼ੀ ਗੱਲ ਮੰਨੀ ਨਹੀਂ ਹੈਗੀ। ਜੇ ਇੱਕ ਬੱਚੇ ਨੂੰ ਮੈਂ ਕਿਹਾ ਕਾਕਾ ਦਾਲ ਵਰਤਾ ਦੇ, ਮੈਂ ਤਾਂ ਜੀ ਰੋਟੀਆਂ ਵਰਤਾ। ਮੈਂ ਕਾਕਾ ਰੋਟੀਆਂ ਵਾਲੇ ਤਾਂ ਬਥੇਰੇ ਨੇ, ਦਾਲ ਘੱਟ ਨੇ, ਤੂੰ ਦਾਲ ਨਾ ਜੀ ਮੈਂ ਤਾਂ ਰੋਟੀਆਂ ਵਰਤਾ। ਮੈਂ ਤੂੰ ਦਾਲ ਕਿਹੜੇ ਵਰਤਾ? ਕਹਿੰਦਾ ਮੇਰੇ ਕੱਪੜੇ ਲਿਬੜਦੇ ਨੇ। ਇਹੋ ਜਿਹੀ ਦੀ ਸੇਵਾ ਸਫਲ ਹੀ ਨਹੀਂ ਹੁੰਦੀ। ਲੱਗੇ ਰਹੋ ਜਪਲ ਜੀ ਕਰ। ਹਾਂ, ਉਹ ਉਸੇ ਵੇਲੇ ਰੋਟੀਆਂ ਧਰ ਕੇ ਦਾਲ ਵਰਤਾਉਣ ਲੱਗਦਾ, ਮੇਰਾ ਮਨ ਵੀ ਖੁਸ਼ ਹੁੰਦਾ। ਅਤੇ ਜਿਹੜੇ ਜਿਹਨਾਂ ਦਾਲ ਨਹੀਂ ਸੀ ਮਿਲਣ, ਮਿਲਣੀ ਸ਼ੁਰੂ ਹੋ ਜਾਂਦੀ। ਸੋ ਇਸ ਲਈ ਜਿਸ ਪ੍ਰਕਾਰ ਦੀ ਸੇਵਾ ਪ੍ਰਬੰਧਕ ਕਹਿਣ, ਉਸ ਪ੍ਰਕਾਰ ਦੀ ਹੀ ਸੇਵਾ ਕਰਨੀ ਚਾਹੀਦੀ ਹੈ। ਮੈਂ ਦੇਖਣ ਲਈ ਕਈਆਂ ਨੂੰ ਮੈਂ ਕਹਿਣਾ ਜੀ ਇਹ ਕੰਮ ਬੰਦ ਕਰ ਦਿਓ, ਤੁਸੀਂ ਆਹ ਕਰਿਓ ਕੱਲ੍ਹ ਤੋਂ। ਉਹ ਗੁਰਦੁਆਰਾ ਹੀ ਉਹਨੂੰ ਹਟ ਗਏ।
ਵੀ ਸਾਡੀ ਸੇਵਾ ਬਾਬਾ ਜੀ ਨੇ ਬਦਲ ਦਿੱਤੀ ਹੈ। ਸੇਵਾ ਕਰਦੇ ਕਰਦੇ ਹਉਮੈ ਆ ਗਈ ਹੈ। ਮੈਂ ਕਿਹਾ ਭਾਈ ਇਹ ਕੱਲ੍ਹ ਤੋਂ ਬੰਦ ਕਰ ਦਿਓ, ਤੁਸੀਂ ਆਹ ਸੇਵਾ ਕਰਿਆ ਕਰੋ। ਆਏ ਹੀ ਨਹੀਂ। ਇੱਕ ਨੂੰ ਮੈਂ ਕਿਹਾ ਤੁਸੀਂ ਨਾ ਜੀ ਇੱਥੇ ਨਾ ਖੜਿਆ ਕਰੋ, ਉਹ ਫਲਾਣੇ ਥਾਂ 'ਤੇ ਖੜਿਆ ਕਰੋ, ਉਹ ਵੀ ਨਹੀਂ ਆਇਆ। ਇਹ ਹਉਮੈ ਜਾ ਕੇ ਕੀਤੀ ਸੇਵਾ ਕਿਸੇ ਕੰਮ ਨਹੀਂ ਆਉਂਦੀ ਹੈ। ਐਵੇਂ ਕਰੀ ਜੋ। ਸੋ ਮੈਂ ਤਾਂ 4-5 ਨੂੰ ਕਹਿ ਕੇ ਦੇਖ ਲੈ। ਇੱਕ ਨੂੰ ਮੈਂ ਕਿਹਾ ਨਹੀਂ ਤੂੰ ਕੋਈ ਸੇਵਾ ਨਹੀਂ ਕਰਨੀ, ਤੂੰ ਕੱਲ੍ਹ ਤੋਂ ਨਾ ਕਥਾ ਵਾਰਤਾ ਸੁਣਨੀ, ਬੈਠ ਕੇ ਕੀਰਤ ਸੁਣ, ਕਥਾ ਵਾਰਤਾ ਕਰੋ। ਉਹ ਵੀ ਨਹੀਂ ਅਗਲੇ ਦਿਨ ਆਇਆ, ਮੁੜ ਕੇ ਗੁਰਦੁਆਰੇ ਹੀ ਨਹੀਂ ਆਇਆ। ਮੁੜ ਕੇ ਗੁਰਦੁਆਰੇ ਹੀ ਨਹੀਂ ਆਇਆ। ਵੀ ਹਾਂ ਮੈਨੂੰ ਐਂ ਕਿਉਂ ਕਿਹਾ? ਹਉਮੈ ਦੇ ਮਾਰੇ ਹੋਏ ਸੇਵਾਦਾਰ ਨਹੀਂ, ਇਹਨਾਂ ਦੀ ਕੋਈ ਸੇਵਾ ਥਾਏ ਨਹੀਂ ਪੈਂਦੀ ਹੈ। ਠੀਕ ਆ, ਹਉਮੈ ਜਾ ਕਰੇ। ਮੈਂ ਭਾਂਡੇ ਮਾਂਜਦਿਆਂ ਨੂੰ ਇੱਥੇ ਲੜਦੇ ਦੇਖਿਆ ਹੈ। ਇੱਕ ਦੂਜੇ ਦੇ ਭਾਂਡੇ ਖੋਹ ਰਹੇ ਹੁੰਦੇ ਨੇ। ਬਈ ਉਹਨੂੰ ਵੀ ਮਾਂਜ ਲੈਣ ਦਿਓ, ਹੁਣ ਤੁਸੀਂ ਤਾਂ ਜ਼ਰੂਰੀ ਨਹੀਂ ਵੀ ਮੈਂ ਦੂਜੇ ਨੂੰ ਵੀ ਕੁਛ ਵਿੱਚੋਂ ਦੇ ਦਿਓ ਨਾ। ਹੋਰ ਬਸ ਇਹੀ ਚੱਲਦਾ ਸਭ ਤੋਂ। ਜਿਹੜਾ ਜੁੱਤੀਆਂ ਨੂੰ ਪਾਲਿਸ਼ ਕਰ ਰਿਹਾ, ਦੂਜੇ ਨੂੰ ਟੋਲਰੇਟ ਹੀ ਨਹੀਂ ਕਰਦਾ ਵੀ ਇਹ ਕਿਉਂ ਆ ਗਿਆ, ਬਸ ਮੇਰੇ ਕੋਲ ਹੀ ਰਹਿਣਾ ਚਾਹੀਦਾ ਹੈ। ਬੜੀ ਸਮੱਸਿਆ ਹੈ। ਚਲੋ ਖੈਰ, ਗੁਰੂ ਮਹਾਰਾਜ ਕਹਿੰਦੇ ਨੇ ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਜਿਸ ਨੂੰ ਪਰਮਾਤਮਾ ਚੰਗਾ ਸਮਝਦਾ ਉਹਦਾ ਗੁਰੂ ਨਾਲ ਮੇਲ ਕਰਾ ਦਿੰਦਾ। ਜਿਹਦਾ ਫਿਰ ਗੁਰੂ ਨਾਲ ਮੇਲ ਹੋ ਜਾਂਦਾ ਸੋ ਹਰ ਨਾਮ ਧਿਆਏ, ਫਿਰ ਉਹ ਨਾਮ ਜਪਦਾ ਹੈ। ਕਿਉਂਕਿ ਗੁਰੂ ਮਹਾਰਾਜ ਤੇ ਸਾਨੂੰ ਗੁਰਮੰਤਰ ਦੇਣਾ ਹੈ, ਪਈ ਤਾਂ ਜਾਪ ਕਰਿਆ ਕਰੋ। ਜਿਹੋ ਜਿਹੀ ਸੰਗਤ ਕਰਾਂਗੇ ਉਹਦਾ ਅਸਰ ਤਾਂ ਸਾਡੇ 'ਤੇ ਹੋਣਾ ਹੀ ਹੈ। ਨਾਲੇ ਸਿੱਖ ਨੇ ਗੁਰੂ ਦਾ ਹੁਕਮ ਮੰਨਣਾ ਹੀ ਮੰਨਣਾ ਹੈਗਾ। ਗੁਰ ਸ਼ਬਦੀ ਹਰ ਪਾਈਐ, ਹਰ ਪਾਰ ਲੰਘਾਏ। ਗੁਰੂ ਨੇ ਜਿਹੜਾ ਸ਼ਬਦ ਦਿੱਤਾ, ਜਦੋਂ ਅਸੀਂ ਉਹਦਾ ਜਾਪ ਕਰੀ ਜਾਵਾਂਗੇ ਹਰ ਪਾਈਏ, ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਹਰ ਪਾਰ ਲੰਘਾਏ, ਫਿਰ ਪਰਮਾਤਮਾ ਸਾਨੂੰ ਇਸ ਭਵ ਸਾਗਰ ਤੋਂ ਪਾਰ ਲੰਘਾ ਦੇਗਾ। ਮਨ ਹਟ ਕੇ ਨੇ ਨਾ ਪਾਇਓ, ਪੁੱਛੋ ਵੇਦਾਂ ਜਾਏ। ਵੇਦਾਂ ਨੂੰ ਜਾ ਕੇ ਪੁੱਛ ਲਓ ਕਿ ਮਨ ਅੱਠ ਕਰਕੇ ਪਰਮਾਤਮਾ ਕਿਸੇ ਨੂੰ ਨਹੀਂ ਅੱਜ ਤੱਕ ਮਿਲਿਆ। ਮਨ ਮਰਜ਼ੀ ਨਾਲ ਰੱਬ ਨਹੀਂ ਮਿਲਦਾ, ਗੁਰੂ ਦੀ ਮਰਜ਼ੀ ਨਾਲ ਮਿਲਦਾ ਹੈ। ਬੜੇ ਵੱਡੇ ਹਿੰਦੂ ਧਰਮ ਵਿਦਵਾਨ ਰਿਸ਼ੀ ਵੇਦ ਵਿਆਸ, ਉਹਨਾਂ ਦਾ ਪੁੱਤਰ ਸੁਖਦੇਵ, ਬਚਪਨ 'ਚ ਹੀ ਜਦੋਂ ਕਹਿੰਦਾ ਮੈਂ ਤਾਂ ਭਜਨ ਬੰਦਗੀ ਕਰਨ ਜਾਣਾ, ਰਿਸ਼ੀ ਵੇਦ ਵਿਆਸ ਕਹਿੰਦੇ ਤੂੰ ਪਹਿਲਾਂ ਗੁਰੂ ਧਾਰਨ ਕਰ, ਫਿਰ ਤੇਰੀ ਭਜਨ ਬੰਦਗੀ ਨੂੰ ਫਲ ਲੱਗੇਗਾ। ਉਂਝ ਕੀ ਕਰੇਂਗੇ ਜਾ ਕੇ? ਨਹੀਂ ਮੰਨਿਆ ਜੀ, ਚਲਿਆ ਗਿਆ। ਕਈ ਸਾਲ ਜੰਗਲਾਂ 'ਚ ਲਾ ਕੇ ਧੱਕੇ ਖਾ ਕੇ ਫਿਰ ਆ ਗਿਆ। ਬਾਪ ਨੇ ਕਿਹਾ ਤੂੰ ਗੁਰੂ ਧਾਰਨ ਕਰ ਲੈ। ਇਸ ਵੇਲੇ ਦੋ ਹੀ ਬ੍ਰਹਮ ਗਿਆਨੀ ਨੇ, ਇੱਕ ਮੈਂ ਹਾਂ, ਇੱਕ ਰਾਜਾ ਜਨਕ ਹੈ। ਮੈਨੂੰ ਤੂੰ ਗੁਰੂ ਧਾਰਨ ਨਹੀਂ ਕਰਨਾ ਕਿਉਂਕਿ ਮੈਂ ਤੇਰਾ ਬਾਪ ਹਾਂ, ਤੇਰੀ ਮੇਰੇ 'ਤੇ ਸ਼ਰਧਾ ਹੀ ਨਹੀਂ ਵੱਜਣੀ, ਨਹੀਂ ਵੱਜਣੀ। ਗੁਰੂ ਨਾਨਕ ਦੇ ਮਾਤਾ ਪਿਤਾ ਦੀ ਸ਼ਰਧਾ ਗੁਰੂ ਨਾਨਕ 'ਤੇ ਨਾ ਵੱਜੀ, ਗੁਰੂ ਨਾਨਕ ਦੇ ਪੁੱਤਰਾਂ ਦੀ ਸ਼ਰਧਾ ਗੁਰੂ ਨਾਨਕ 'ਤੇ ਨਾ ਵੱਜੀ। ਕਹਿੰਦੇ ਤੇਰੀ ਸ਼ਰਧਾ ਹੀ ਨਹੀਂ ਵੱਜਣੀ ਮੇਰੇ 'ਤੇ। ਤੂੰ ਰਾਜਾ ਜਨਕ ਕੋਲੇ ਜਾ, ਉਹਨੂੰ ਗੁਰੂ ਧਾਰਨ ਕਰ, ਫਿਰ ਭਜਨ ਬੰਦਗੀ ਕਰੀ। ਚਲਿਆ ਜੀ। ਪਹਿਲਾਂ ਤਾਂ ਕਹਿ ਮੈਂ ਨਹੀਂ ਜਾਂਦਾ, ਉਹ ਤਾਂ ਕਹਿੰਦੇ ਖੱਤਰੀ ਹੈ, ਮੈਂ ਬ੍ਰਾਹਮਣ ਹਾਂ। ਕਹਿੰਦਾ ਮੈਂ ਉੱਚੀ ਜਾਤ ਦਾ, ਮੈਂ ਆਪਣੀ ਤਾਂ ਨੀਵੀਂ ਜਾਤ ਨੂੰ ਕਿਉਂ ਗੁਰੂ ਧਾਰਨ ਕਰਾਂ। ਕਹਿੰਦੇ ਉਹੀ ਬ੍ਰਹਮ ਗਿਆਨੀ ਹੈ, ਹੋਰ ਕਿਸੇ ਨੂੰ ਗੁਰੂ ਧਾਰਨ ਕਰਨ ਦਾ ਕਿਆ ਫਾਇਦਾ? ਜਿਹਨੂੰ ਆਪ ਹੀ ਨਹੀਂ ਰੱਬ ਮਿਲਿਆ, ਜੋ ਤੇ ਉਸ ਨੂੰ ਤੂੰ ਗੁਰੂ ਧਾਰਨ ਕਰੇਂਗਾ ਤੈਨੂੰ ਰੱਬ ਮਿਲਾ ਹੀ ਨਹੀਂ ਸਕਦਾ। ਉਹ ਹੁਣ ਮੈਂ ਜਿੱਥੋਂ ਤੱਕ ਪਹੁੰਚਿਆ ਤੁਹਾਨੂੰ ਉੱਥੋਂ ਤੱਕ ਹੀ ਲਿਜਾ ਸਕਦਾ। ਇਸ ਲਈ ਬਾਣੀ ਦੇ ਲੜ ਲਾਈਦਾ ਕਿ ਭਾਈ ਬਾਣੀ ਗੁਰੂ ਹੈ, ਇਹ ਤਾਂ ਕੋਈ ਡਾਊਟ ਹੀ ਕੋਈ ਨਹੀਂ। ਬਾਣੀ ਦੇ ਲੜ ਲੱਗੋ, ਬੰਦੇ ਦੇ ਕਿਸੇ ਲੜ ਲੱਗਣ ਦੀ ਲੋੜ ਨਹੀਂ। ਬੰਦਾ ਤਾਂ ਪਤਾ ਨਹੀਂ ਕੋਈ ਬ੍ਰਹਮ ਗਿਆਨੀ ਹੋਵੇਗਾ ਕਿ ਨਹੀਂ ਹੋਵੇਗਾ, ਕੋਈ ਆਪਾਂ ਨੂੰ ਗਰੰਟੀ ਨਹੀਂ ਹੈ ਕਿ ਫਲਾਣਾ ਸੰਤ ਬ੍ਰਹਮ ਗਿਆਨੀ ਹੈ ਜੀ, ਜਾਂ ਫਲਾਣੇ ਸੰਤ ਨੂੰ ਰੱਬ ਮਿਲਿਆ ਹੋਇਆ ਜੀ।
ਜੇ ਤੇ ਉਹਨੂੰ ਵਾਕਈ ਰੱਬ ਮਿਲਿਆ ਫਿਰ ਤਾਂ ਉਹ ਤੁਹਾਡਾ ਪਾਰ ਉਤਾਰਾ ਕਰ ਦੇਗਾ, ਅਤੇ ਜੇ ਵਿਚਾਰਾ ਆਪ ਹੀ ਅਜੇ ਅੱਧ ਵਿਚਾਲੇ ਤਾਂ ਫਿਰ ਸਾਡਾ ਕੀ ਪਾਰ ਉਤਾਰਾ ਕਰੇਗਾ। ਫਿਰ ਜੇਲ੍ਹਾਂ ਹੀ ਹੋਣੀਆਂ ਨੇ, ਕਿਉਂਕਿ ਇਹ ਬ੍ਰਹਮ ਗਿਆਨੀ ਨਹੀਂ ਸਨ ਲੋਕ। ਬ੍ਰਹਮ ਗਿਆਨੀ ਨਹੀਂ ਡੋਲਿਆ ਕਰਦਾ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਠ ਗਿਆ ਹੁੰਦਾ ਹੈ। ਜਿਵੇਂ ਧਰਤੀ ਦੀ ਖਿੱਚਣ ਸ਼ਕਤੀ ਹੈ, ਇਸ ਤਰ੍ਹਾਂ ਬੁਰਾਈਆਂ ਦੀ ਵੀ ਖਿੱਚਣ ਸ਼ਕਤੀ ਹੈ। ਬੁਰਾਈਆਂ ਸਾਨੂੰ ਆਪਣੇ ਵੱਲ ਨੂੰ ਖਿੱਚਦੀਆਂ ਨੇ, ਪਰਮਾਤਮਾ ਦਾ ਨਾਮ ਸਾਨੂੰ ਉੱਪਰ ਨੂੰ ਲਿਜਾਂਦਾ ਹੈ। ਜਿੰਨਾ ਚਿਰ ਬੁਰਾਈਆਂ ਦੀ ਖਿੱਚਣ ਸ਼ਕਤੀ ਵੱਧ ਹੈ, ਸਾਡੀ ਆਤਮਿਕ ਤਰੱਕੀ ਨਹੀਂ ਹੁੰਦੀ, ਅਸੀਂ ਮੁੜ ਮੁੜ ਕੇ ਡਿੱਗਦੇ ਹਾਂ। ਜਦੋਂ ਨਾਮ ਜਪਦੇ 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 ਸਾਡੀ ਇੰਨੀ ਆਪਣੀ ਤਾਕਤ ਹੋ ਜਾਏਗੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਖਿੱਚ ਤੋਂ ਅਸੀਂ ਬਾਹਰ ਨਿਕਲ ਗਏ, ਉਦੋਂ ਬਾਅਦ ਫਿਰ ਆਤਮ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਬੰਦਾ ਇੱਕ ਦਿਨ ਸੱਚਖੰਡ ਪਹੁੰਚ ਜਾਂਦਾ ਹੈ। ਫਿਰ ਬ੍ਰਹਮ ਗਿਆਨੀ ਇਹਨਾਂ ਅਵਸਥਾਵਾਂ ਤੋਂ ਉੱਪਰ ਚਲੇ ਗਿਆ ਹੁੰਦਾ, ਉਹਨਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕੋਈ ਅਸਰ ਹੀ ਨਹੀਂ ਹੁੰਦਾ ਹੈਗਾ। ਖੈਰ ਚਲੋ ਜੀ, ਪਹਿਲਾਂ ਤਾਂ ਕਹਿੰਦਾ ਲੈ ਮੈਂ ਬ੍ਰਾਹਮਣ, ਰਾਜਾ ਜਿਹੜਾ ਖੱਤਰੀ, ਮੈਂ ਖੱਤਰੀ ਨੂੰ ਗੁਰੂ ਧਾਰਨ ਕਰਾਂ। ਕਹਿੰਦੇ ਹੋਰ ਕੋਈ ਹੈ ਹੀ ਨਹੀਂ ਬ੍ਰਹਮ ਗਿਆਨੀ, ਇੱਕ ਮੈਂ ਆ, ਇੱਕ ਰਾਜਾ ਜਨਕ ਹੈ, ਮੇਰੇ ਤੇ ਤੇਰੀ ਸ਼ਰਧਾ ਨਹੀਂ ਬੱਝਣੀ ਕਿਉਂ ਮੈਂ ਤੇਰਾ ਬਾਪ ਹਾਂ। ਚਲੋ ਚਲਿਆ ਗਿਆ ਜੀ। ਅੱਗੋਂ ਉਹ ਵੀ ਬ੍ਰਹਮ ਗਿਆਨੀ ਦੀ ਰਾਜਾ ਜਨਕ, ਉਹਨੇ ਦੇਖਿਆ ਵੀ ਯਾਰ ਇੱਕ ਹਉਮੈ ਦਾ ਮਾਰਿਆ ਹੋਇਆ। ਚਲੋ ਗਿਆ, ਆਪਣੀ ਜਿਹੜੀ ਹੈ ਤੂੰਬੀ ਅਤੇ ਕੁਪੀਨ ਜਿਹੜੀ ਲੰਗੋਟੀ ਬੰਨ੍ਹਦੇ ਨੇ ਉਹਨੂੰ ਕੁਪੀਨ ਕਹਿੰਦੇ, ਉਹ ਥੈਲੇ 'ਚ ਪਾਈ ਹੋਈ ਸੀ, ਉਹ ਰੱਖ ਗਿਆ ਗੇਟ 'ਤੇ ਅਤੇ ਅੱਗੇ ਗਿਆ। ਚਲੋ ਰਾਜਾ ਜਨਕ ਨੇ ਵੀ ਰਿਸ਼ੀ ਆਇਆ ਹੈ, ਰਿਸ਼ੀ ਵੇਦ ਵਿਆਸ ਦਾ ਪੁੱਤਰ ਹੈ, ਸਤਿਕਾਰ ਕੀਤਾ। ਆਓ ਜੀ, ਰਾਜੇ ਨੇ ਮਾਇਆ ਵਰਤਾਤੀ। ਕੀ ਹੈ, ਇੱਕ ਜਨਾਨੀ ਲੇਟੀ ਹੋਈ ਹੈ, ਰਾਜੇ ਨੇ ਉਹਦੀ ਛਾਤੀ 'ਤੇ ਪੈਰ ਰੱਖਿਆ ਹੋਇਆ, ਦੂਜਾ ਸਿੰਘਾਸਣ 'ਤੇ ਬੈਠਾ। ਉਹ ਕਹਿੰਦੇ ਇਹਨੂੰ ਗੁਰੂ ਧਾਰ ਕਰਨਾ ਮਨ 'ਚ ਕਹਿੰਦਾ, ਇਹਦੇ ਕਿਤੇ ਗੁਰੂ, ਇਹਦੇ ਗੁਰੂ ਵਾਲੇ ਲੱਛਣ ਨੇ ਕੋਈ। ਚਲੋ ਉਹ ਮਾਇਆ ਵਰਤਾਈ, ਚਲੋ ਬਿਠਾ ਲਿਆ, ਬੈਠੋ ਜੀ ਰਿਸ਼ੀ ਬੈਠੋ। ਉਹ ਮਨ ਦਾ ਕਚਿਆਨ ਆ ਗਿਆ ਵੀ ਨਹੀਂ, ਇਹ ਗੁਰੂ ਧਾਰਨ ਦੇ ਯੋਗ ਨਹੀਂ ਹੈ। ਰਾਜਾ ਜਨਕ ਨੇ ਮਾਇਆ ਵਰਤਾਈ, ਸ਼ਹਿਰ ਨੂੰ ਅੱਗ ਲਾਤੀ। ਜਿਹੜਾ ਪਹਿਰੇਦਾਰ ਸੀ ਭੱਜਿਆ ਆਇਆ, ਕਹਿੰਦੇ ਮਹਾਰਾਜ ਜੀ ਸ਼ਹਿਰ ਨੂੰ ਅੱਗ ਲੱਗ ਗਈ ਹੈ। ਰਾਜਾ ਜਨਕ ਕਹਿੰਦੇ ਲੱਗੀ ਰਹਿਣ ਦੇ। ਸੁਖਦੇਵ ਰਿਸ਼ੀ ਕਹਿੰਦੇ ਕਮਾਲ ਦਾ ਰਾਜਾ ਹੈ, ਸ਼ਹਿਰ ਨੂੰ ਅੱਗ ਲੱਗੀ ਰਹਿਣ ਦੇ। ਫਿਰ ਉਹ ਕਹਿੰਦਾ ਜੀ ਮਹਿਲ ਦੇ ਦਰਵਾਜ਼ੇ ਅੱਗੇ ਅੱਗ ਆ ਗਈ ਹੈ, ਅਤੇ ਜਿਹੜਾ ਸੀ ਰਿਸ਼ੀ ਉਹਨੇ ਕਿਹਾ ਹੋ ਮੇਰੀ ਕਿਤੇ ਤੂੰਬੀ ਅਤੇ ਕੁਪੀਨ ਨਾ ਸੜ ਜੇ, ਉਹ ਭੱਜਿਆ ਗਿਆ ਚੱਕਣ। ਜਦੋਂ ਆਇਆ ਕਹਿੰਦਾ ਦੌੜ ਜਾ ਓਏ। ਰਾਜਾ ਕਹਿੰਦਾ ਮੇਰਾ ਸਾਰਾ ਸ਼ਹਿਰ ਸੜ ਗਿਆ ਅਤੇ ਮੈਂ ਬਾਹਰ ਨਹੀਂ ਭੱਜਿਆ, ਤੂੰ ਇੱਕ ਦਵਾਨੀ ਦੀ ਤੂੰਬੀ ਅਤੇ ਕੁਪੀਨ ਲੈ ਭੱਜਾ ਕਿ ਤੂੰ ਯੋਗ ਨਹੀਂ ਗਾ, ਤੇਰਾ ਜੇ ਮੋਹ ਇਹਨਾਂ ਚੀਜ਼ਾਂ ਭੱਜਾ। ਕਹਿੰਦੇ ਚੁੱਪ ਭਜਾਤਾ ਜੀ। ਪਾਪ ਕਹਿੰਦਾ ਗੁਰਮੰਤਰ ਲੈ, ਕਹਿੰਦਾ ਹੋਰ ਕੁਛ। ਜਦੋਂ ਬਾਹਰ ਨਿਕਲਿਆ ਕੋਈ ਅੱਗ ਨਹੀਂ ਲੱਗੀ, ਕੁਛ ਵੀ ਨਹੀਂ ਆ ਗਿਆ। ਰਾਜਾ ਕਹਿੰਦਾ ਰਿਸ਼ੀ ਵੇਦ ਵਿਆਸ ਕਹਿੰਦਾ ਪੁੱਤਰ ਉਹੀ ਬ੍ਰਹਮ ਗਿਆਨੀ ਹੈ, ਉਸੇ ਨੇ ਗੁਰੂ ਧਾਰਨ ਕਰਨਾ ਪੈਣਾ। ਕਹਿੰਦਾ ਕੀ ਕਰਾਂ ਮੈਂ? ਕਹਿੰਦਾ ਸੁਣ, ਉਹਨਾਂ ਹੁਣ ਉਹਨੇ ਬੜਾ ਵੱਡਾ ਯੱਗ ਕੀਤਾ, ਸਾਧੂਆਂ ਨੂੰ ਰੋਜ਼ ਲੰਗਰ ਛਕਾਉਂਦਾ, ਚੁਬਾਰੇ ਦੇ ਵਿੱਚ ਸਾਧੂ ਲੰਗਰ ਛਕਾਉਂਦਾ। ਜਿਹੜੀ ਖਿੜਕੀ ਚੁਬਾਰੇ ਲੱਗੀ ਉਹ ਹੇਠਾਂ ਪੱਤਲਾ ਸੁੱਟਦਾ ਜੂਠੀਆਂ, ਤੂੰ ਉੱਥੇ ਜਾ ਬੈਠ ਚੌਕੜੀ ਮਾਰ ਕੇ, ਕਚਿਆਣ ਨਾ ਲਿਆਈ ਵੀ ਮੇਰੇ 'ਤੇ ਝੂਠ ਡਿੱਗਦੀ ਹੈ, ਡਿੱਗੀ ਜਾਣਦਾ ਝੂਠ, ਆਪੇ ਰਾਜਾ ਤੈਨੂੰ ਕਿਸੇ ਦਿਨ ਸੱਦੇਗਾ। ਬਹਿ ਗਿਆ ਜੀ, ਹੁਣ ਝੂਠ ਡਿੱਗੀ ਜਾ ਰਹੀ, ਬੈਠਾ ਹੌਲੀ ਹੌਲੀ ਝੂਠ ਨਾਲ ਢਕਿਆ ਗਿਆ, ਉਹ ਦਿਸਦਾ ਨਹੀਂ ਕਿੱਥੇ ਹੈ ਪਰ ਬੈਠਾ। ਜਦੋਂ ਰਾਜੇ ਨੇ ਦੇਖਿਆ ਵੀ ਹਾਂ ਹੁਣ ਜਿਹੜੀ ਅੰਦਰੋਂ ਹਉਮੈ ਹੈ ਉਹ ਖਤਮ ਹੋ ਗਈ ਹੈ, ਨੌਕਰਾਂ ਨੂੰ ਕਹਿੰਦਾ ਵੀ ਇਹ ਜਿਹੜੀ ਪੱਤਲਾਂ ਜੂਠੀਆਂ ਨੇ ਉਹਨੂੰ ਆਰਾਮ ਨਾਲ ਪਰਾਂ ਹਟਾਓ, ਉਹਦੇ ਹੇਠਾਂ ਇੱਕ ਰਿਸ਼ੀ ਬੈਠਾ, ਉਹਨੂੰ ਨਵਾ ਧਵਾ ਕੇ ਧੋਤੇ ਹੋਏ ਕੱਪੜੇ ਪਾ ਕੇ ਮੇਰੇ ਕੋਲ ਲੈ ਕੇ ਆਓ।
ਚਲੋ ਜੀ, ਉਹਨਾਂ ਪਤਲਾਂ ਹਟਾਈਆਂ, ਹੇਠੋਂ ਰਿਸ਼ੀ ਨਿਕਲਿਆ, ਕਹਿ ਜੀ ਤੁਹਾਨੂੰ ਰਾਜਾ ਮਹਾਰਾਜ ਨੇ ਸੱਦਿਆ, ਨਹਾ ਧੋ ਲਓ, ਅਸੀਂ ਆ ਕੱਪੜੇ ਲੈ, ਇਹ ਧੋਤੇ ਕੱਪੜੇ ਪਾ ਲਓ। ਚਲੋ ਆ ਗਏ। ਹਾਂ ਜੀ ਰਿਸ਼ੀ ਜੀ ਆਓ ਜੀ, ਕਿਵੇਂ ਆਏ ਹੋ ਜੀ? ਕਹਿ ਜੀ ਮੈਂ ਗੁਰਮੰਤਰ ਲੈਣਾ। ਕਹਿੰਦੇ ਅੱਛਾ। ਕਹਿੰਦੇ ਇੱਕ ਛੰਨਾ ਮੰਗਾ ਲਿਆ, ਪਹਿਲਾਂ ਛੰਨੇ, ਪੁਰਾਣੇ ਬੰਦੇ ਨੂੰ ਪਤਾ ਛੰਨੇ ਹੁੰਦੇ, ਛੰਨਾ ਮੰਗਾ ਲਿਆ ਤੇਲ ਦਾ ਭਰਿਆ ਹੋਇਆ ਕੰਢਿਆਂ ਤੱਕ। ਕਹਿੰਦੇ ਸੁਣ, ਇਹਨੂੰ ਤਲੀ 'ਤੇ ਰੱਖ ਲੈ, ਸਾਰੇ ਸ਼ਹਿਰ 'ਚ ਚੱਕਰ ਲਾਉਣਾ। 2 ਬੰਦੇ ਨੰਗੀਆਂ ਤਲਵਾਰਾਂ ਦੇ ਕੇ ਦੇਤੇ ਕਿ ਜੇ ਤੁਬਕਾ ਡਿੱਗ ਪਏ ਤਾਂ ਉੱਥੇ ਗਲ ਲਾ ਦੇਣਾ। ਹਾਂ ਐਂ ਕਹਿਤਾ। ਕਹਿੰਦੇ ਜੇ ਤੂੰ ਚੱਕਰ ਲਾਇਆ, ਤੁਬਕਾ ਨਾ ਡਿੱਗਿਆ, ਤੈਨੂੰ ਫਿਰ ਗੁਰਮੰਤਰ ਦਿਓ। ਚਲੋ ਜੀ, ਤੁਰ ਪਿਆ। ਸਾਰਾ ਰਾਜ ਨੇ ਮਾਇਆ ਵਰਤਾਤੀ। ਸ਼ਹਿਰ 'ਚ ਕਿਤੇ ਨਾਚ ਗਾਣੇ ਹੋ ਰਹੇ ਨੇ, ਕਿਤੇ ਡਾਂਸ ਹੋ ਰਿਹਾ, ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ। ਵੀ ਇਹਦਾ ਧਿਆਨ ਉੱਧਰ ਨੂੰ ਜਾਂਦਾ, ਪਰ ਉਹਦਾ ਧਿਆਨ ਤੇਲ ਵੱਲ ਹੀ ਸੀ ਵੀ ਜੇ ਡੁੱਲ ਗਿਆ ਇਹਨਾਂ ਮੈਨੂੰ ਵੜ ਦੇਣਾ। ਉਹ ਜੀ ਲਾਇਆ, ਸਹੀ ਸਲਾਮਤ ਚੱਕਰ ਲਾਇਆ। ਰਾਜਾ ਕਹਿੰਦਾ ਰਿਸ਼ੀ ਜੀ ਸ਼ਹਿਰ 'ਚ ਕੀ ਵੇਖਿਆ? ਕਹਿੰਦਾ ਵੇਖਣਾ ਕੀ ਸੁਆਹ ਸੀ ਜੀ, ਮੇਰਾ ਸਾਰਾ ਧਿਆਨ ਤੇ ਤੇਲ ਵੱਲ ਰਿਹਾ ਕਿ ਕਿਤੇ ਡੁੱਲ ਨਾ ਜਾਵੇ। ਕਹਿੰਦੇ ਰਿਸ਼ੀ ਜੀ ਮੇਰਾ ਵੀ ਸਾਰਾ ਧਿਆਨ ਪਰਮਾਤਮਾ ਵੱਲ ਹੁੰਦਾ। ਆ ਤਾਂ ਮੈਂ ਸੰਸਾਰਕ ਕੰਮ ਤਾਂ ਵੈਸੇ ਕਰਦਾ ਰਹਿੰਦਾ, ਮੇਰਾ ਧਿਆਨ ਪਰਮਾਤਮਾ ਵੱਲ ਹੀ ਰਹਿੰਦਾ ਹੈ। ਇਹ ਤੁਸੀਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਨਾ ਸਮਝੋ ਵੀ ਐਵੇਂ ਰਾਜਾ ਇਹਨਾਂ 'ਚ ਫਸਿਆ ਹੋਇਆ ਹੈ। ਫਿਰ ਉਹਨੂੰ ਗੁਰਮੰਤਰ ਦਿੱਤਾ ਅਤੇ ਫਿਰ ਜਾ ਕੇ ਮਹਾਨ ਰਿਸ਼ੀ ਬਾਅਦ 'ਚ ਬਣਿਆ, ਰਿਸ਼ੀ ਸੁਖਦੇਵ। ਸੋ ਇਸ ਲਈ ਗੁਰੂ ਨੇ ਫਿਰ ਗੁਰਮੰਤਰ ਦੇਣਾ ਹੁੰਦਾ ਹੈ। ਗੁਰੂ ਮਹਾਰਾਜ ਹਰ ਇੱਕ ਨੂੰ ਗੁਰਮੰਤਰ ਨਹੀਂ ਸੀ ਦਿੰਦੇ ਜਿਵੇਂ ਕਿ ਹੁਣ ਦੇਈ ਜਾਂਦੇ ਨੇ। ਗੁਰੂ ਮਹਾਰਾਜ ਜਾਣੀ ਜਾਣ ਸਨ। ਉਹਨੇ ਦੇਖਿਆ ਇਹ ਠੱਗ ਹੈ, ਦਿਸਣ ਨੂੰ ਇਹ ਸੱਜਣ ਲੱਗ ਰਿਹਾ, ਇਹਨੇ ਸਾਧੂ ਵਾਲੇ ਕੱਪੜੇ ਪਾਏ ਹੋਏ ਨੇ, ਇਹ ਦਿਸਣ ਨੂੰ ਧਾਰਮਿਕ ਹੈ ਪਰ ਅੰਦਰੋਂ ਇਹ ਠੱਗ ਹੈ। ਪਹਿਲਾਂ ਉਹਦੀ ਠੱਗੀ ਛਡਾਈ, ਜਦੋਂ ਉਹਨੇ ਠੱਗੀ ਛੱਡਤੀ, ਅੱਗੇ ਤੋਂ ਤੋਬਾ ਕਰ ਲਈ, ਫਿਰ ਗੁਰੂ ਮਹਾਰਾਜ ਨੂੰ ਗੁਰਮੰਤਰ ਦਿੱਤਾ। ਕਿਸੇ ਲੁੱਚੇ ਲਫੰਗੇ ਨੂੰ ਜਿੰਨਾ ਚਿਰ ਨੇ ਬੁਰਾਈ ਨਹੀਂ ਛੱਡੀ, ਕਿਸੇ ਨੂੰ ਗੁਰਮੰਤਰ ਨਹੀਂ ਦਿੱਤਾ ਕਿ ਪਹਿਲੇ ਬੁਰਾਈ ਛੱਡੇ, ਉਹਦੇ ਬਾਅਦ ਫਿਰ ਨਾਮ ਜਪੇਗੇ ਤਾਂ ਹੀ ਆਤਮਿਕ ਤਰੱਕੀ ਹੋਵੇਗੀ। ਮੈਂ ਚੋਰੀਆਂ ਵੀ ਕਰੀ ਜਾਵਾਂ ਅਤੇ ਬਾਣੀ ਵੀ ਪੜ੍ਹੀ ਜਾਵਾਂ, ਮੈਂ ਮਾੜੇ ਕੰਮ ਵੀ ਕਰਾਂ, ਬਾਣੀ ਵੀ ਪੜ੍ਹੀ ਜਾ, ਭਾਵੇਂ 10 ਜਨਮ ਲੱਗਾ ਰਹੋ, ਕੁਛ ਪ੍ਰਾਪਤੀ ਨਹੀਂ ਹੋਏਗੀ। ਬੁਰਾਈਆਂ ਛੱਡ ਕੇ ਜਦੋਂ ਬੰਦਾ ਭਜਨ ਬੰਦਗੀ ਕਰੇਗਾ, ਫਿਰ ਇਸ ਦੀ ਆਤਮਿਕ ਤਰੱਕੀ ਹੁੰਦੀ ਹੈ। ਇਸ ਲਈ ਸਾਡੇ ਗੁਰੂ ਜਾਣੀ ਜਾਣ ਸਨ। ਉਹਨਾਂ ਕਿਸੇ ਵੀ ਐਸੇ ਬੰਦੇ ਨੂੰ ਗੁਰਮੰਤਰ ਨਹੀਂ ਦਿੱਤਾ ਜਿਸ ਦੇ ਅੰਦਰ ਕੋਈ ਬੁਰਾਈ ਸੀ। ਪਹਿਲਾਂ ਉਹਦੀ ਬੁਰਾਈ ਛਡਾਈ, ਫਿਰ ਗੁਰਮੰਤਰ ਦਿੱਤਾ। ਅੱਜ ਦੇ ਜਿਹੜੇ ਲੋਕ ਅੰਮ੍ਰਿਤ ਛਕਾਉਣ ਵਾਲੇ ਹਨ, ਉਹ ਕਿਸੇ ਵਿਚਾਰੇ ਦੀ ਦਿਵ ਦ੍ਰਿਸ਼ਟੀ ਹੀ ਨਹੀਂ ਖੁੱਲ੍ਹੀ। ਉਹ ਪਤਾ ਹੀ ਨਹੀਂ ਜਿਹੜੇ ਅੰਮ੍ਰਿਤ ਛਕਣੇ ਕਿਹੋ ਜਿਹੇ ਹਨ, ਕਿਹੋ ਜਿਹੇ ਨਹੀਂ ਹਨ। ਬਸ ਵਾਜਾ ਮਾਰਦੇ ਆ, ਗੁਰੂ ਵਾਲੇ ਬਣ ਜਾਓ, ਗੁਰੂ ਵਾਲੇ ਬਣ ਜਾਓ, ਬਣੀ ਜਾ ਰਹੇ, ਮਹੀਨੇ 2 ਮਹੀਨੇ ਬਾਅਦ ਛੱਡੀ ਜਾ ਰਹੇ ਨੇ। ਜੇ ਇਹਨਾਂ ਦੇ ਰਜਿਸਟਰ ਵੇਖੋ ਸ਼੍ਰੋਮਣੀ ਕਮੇਟੀ ਦੇ, ਸੰਤਾਂ ਮਹਾਤਮਾ ਦੇ, ਸ਼ਾਇਦ ਉਹਦੀ ਪੰਜਾਬ ਦੀ ਆਬਾਦੀ ਨਹੀਂ ਜਿੰਨਿਆਂ ਨੂੰ ਇਹਨਾਂ ਨੇ ਅੰਮ੍ਰਿਤ ਛਕਾਤਾ। ਕਿੱਧਰ ਗਏ ਉਹ? ਕਿੱਧਰ ਗਏ? ਛੱਡ ਛੁਡਾ ਗਏ। ਕਿਉਂ ਛੱਡ ਛੁਡਾ ਗਏ? ਕਿਉਂ? ਅੰਦਰ ਬੁਰਾਈ ਸੀ। ਉਸ ਬੁਰਾਈ ਨੇ ਅੰਮ੍ਰਿਤ ਰਹਿਣ ਹੀ ਨਹੀਂ ਦਿੱਤਾ। ਇੰਨੀ ਪਵਿੱਤਰ ਚੀਜ਼ ਨੂੰ ਸਾਂਭਣ ਲਈ ਵੀ ਅੰਦਰ ਠੀਕ ਹੋਣਾ ਚਾਹੀਦਾ, ਤਾਂ ਜਾ ਕੇ। ਤਾਂ ਹੀ ਮੈਂ ਤੁਹਾਨੂੰ ਇੱਕ ਦਿਨ ਦੱਸਿਆ ਵੀ ਸੀ, ਇੱਕ ਬੰਦਾ ਕਿਸੇ ਮਹਾਤਮਾ ਕੋਲ ਚਲੇ ਗਿਆ, ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ। ਕਹਿ ਜੀ ਮੈਂ ਨਾਮ ਲੈਣਾ। ਕਹਿੰਦੇ ਨਹੀਂ ਮਿਲ ਸਕਦਾ ਜੀ। ਕਿਉਂ ਨਹੀਂ ਮਿਲ ਸਕਦਾ? ਬਸ ਨਹੀਂ ਮਿਲ ਸਕਦਾ ਕਿ ਜੀ ਪਤਾ ਤਾਂ ਹੋਵੇ ਵੀ ਕਿਉਂ ਨਹੀਂ ਮਿਲ ਸਕਦਾ। ਕਹਿੰਦੇ ਤੇਰੇ ਕੋਲ ਭਾਂਡਾ ਹੀ ਨਹੀਂ ਜਿਸ ਦੇ ਵਿੱਚ ਮੈਂ ਨਾਮ ਪਾਵਾਂ। ਕਹਿੰਦੇ ਜੀ ਮੇਰੇ ਕੋਲ ਕਿਉਂ ਨਹੀਂ ਭਾਂਡਾ ਹੈ? ਕਹਿੰਦੇ ਤੂੰ ਪਿਛਲੇ ਜਨਮ 'ਚ ਇੱਲ ਸੀ। ਕਹਿੰਦੇ ਜੀ ਮੈਂ ਪਿਛਲੇ ਜਨਮ 'ਚ ਇੱਲ ਸੀ ਤਾਂ ਮੈਂ ਐਤਕੀ ਬੰਦਾ ਕਿਵੇਂ ਬਣ ਗਿਆ? ਠੀਕ ਹੈ। ਉਹ ਕਹਿੰਦੇ ਤੂੰ ਪਿਛਲੇ ਜਨਮ 'ਚ ਨਾ ਗੁਰਦੁਆਰੇ ਦੇ ਉੱਤੇ ਉੱਡਿਆ ਕਰਦੀ ਸੀ, ਸੰਗਤਾਂ ਦੀ ਝੂਠ ਖਾਇਆ ਕਰਦੇ ਸੀ,
ਲਗਾਤਾਰ ਸੰਗਤਾਂ ਦੀ ਝੂਠ ਖਾਣ ਕਾਰਨ ਤੈਨੂੰ ਮਨੁੱਖਾ ਜੀਵਨ ਮਿਲ ਗਿਆ, ਪਰ ਤੂੰ ਪਿਛਲੇ ਜਨਮ 'ਚ ਪਸ਼ੂ ਹੋਣ ਕਰਕੇ ਪੰਛੀ ਹੋਣ ਤੇਰੀ ਭਜਨ ਬੰਦਗੀ ਕੋਈ ਨਹੀਂ, ਤੇਰੇ ਕੋਲ ਭਾਂਡਾ ਹੀ ਨਹੀਂ ਜਿਸ ਦੇ ਵਿੱਚ ਤੂੰ ਇਹ ਨਾਮ ਪਵਾਵੇਂਗਾ, ਇਸ ਲਈ ਤੈਨੂੰ ਨਾਮ ਨਹੀਂ ਮਿਲ ਸਕਦਾ। ਕਹਿ ਜੀ ਫਿਰ ਮੈਂ ਅੰਮ੍ਰਿਤ ਛਕ ਲਾਂ, ਕਿ ਛਕ ਲੈ, 15 ਦਿਨਾਂ ਬਾਅਦ ਛੱਡ ਦੇਂਗਾ। ਅੰਮ੍ਰਿਤ ਨੂੰ ਕਿੱਥੇ ਪਵਾਏਗਾ, ਤੇਰੇ ਕੋਲ ਭਾਂਡਾ ਹੀ ਨਹੀਂ, ਉਹ ਡੁੱਲ ਜਾਏਗਾ, ਬਸ ਗਿਆ। ਉਹਨੂੰ ਸਮਝ ਆ ਗਈ। ਕਹਿ ਜੀ ਫਿਰ ਮੈਂ ਕੀ ਕਰਾਂ, ਕਿ ਤੇਰੀ ਮਰਜ਼ੀ ਹੈ, ਚਾਹੇ ਸਾਡੇ ਡੇਰੇ 'ਤੇ ਸੇਵਾ ਕਰ ਲੈ, ਚਾਹੇ ਕਿਸੇ ਗੁਰਦੁਆਰੇ ਸੇਵਾ ਕਰ, ਸੇਵਾ ਕਰ, ਸਤ ਸੰਗਤ ਕਰ। ਇਸ ਜਨਮ ਤੂੰ ਇਹ 2 ਕੰਮ ਕਰ, ਅਗਲੇ ਜਨਮ 'ਚ ਤੇਰੇ ਕੋਲੇ ਭਾਂਡਾ ਹੋਵੇਗਾ, ਆਪਣੇ ਆਪ ਹੀ ਤੈਨੂੰ ਗੁਰੂ ਮਿਲ ਜਾਏਗਾ, ਤੈਨੂੰ ਨਾਮ ਦੀ ਦਾਤ ਮਿਲ ਜਾਏਗੀ। ਇਸ ਲਈ ਅਗਲਿਆਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਸੀ, ਅਗਲਿਆਂ ਨੇ ਦੇਖਿਆ ਇਹ ਨਾਮ ਦਾ ਅਧਿਕਾਰੀ ਹੀ ਨਹੀਂ ਹੈ, ਅਲੜ ਦਿੱਤੇ ਹੀ ਨਹੀਂ ਹੈ। ਇਹੋ ਜਿਹੇ ਬੰਦੇ ਹੋਣੇ ਚਾਹੀਦੇ ਨੇ, ਤਾਂ ਜਾ ਕੇ ਕੋਈ ਗੱਲ ਬਣਦੀ ਹੈ। ਖੈਰ ਗੁਰੂ ਮਹਾਰਾਜ ਕਹਿੰਦੇ, ਮਨ ਅਟਕੇ ਨੇ ਨਾ ਪਾਇਓ, ਪੁੱਛੋ ਵੇਦਾਂ ਜਾ। ਕਹਿੰਦੇ ਵੇਦਾਂ ਨੂੰ ਜਾ ਕੇ ਪੁੱਛ ਲਓ, ਜਿਨ੍ਹਾਂ ਮਨ ਮਰਜ਼ੀ ਕੀਤੀ ਉਹਨਾਂ ਨੂੰ ਪਰਮਾਤਮਾ ਨਹੀਂ ਮਿਲਿਆ। ਪਹਿਲਾਂ ਮਨ ਮਰਜ਼ੀ ਕਰਦਾ ਰਿਹਾ ਸੁਖਦੇਵ, ਨਹੀਂ ਮੈਂ ਗੁਰੂ ਤੋਂ ਬਿਨਾਂ ਹੀ ਪ੍ਰਾਪਤ ਕਰ ਲਾਂਗਾ, ਨਹੀਂ ਗੱਲ ਬਣੀ। ਅਖੀਰ ਨੂੰ ਗੁਰੂ ਤਾਰਨ ਕੀਤਾ, ਤਾਂ ਜਾ ਕੇ ਕੋਈ ਗੱਲ ਬਣੀ। ਨਾਨਕ ਹਰ ਕੀ ਸੇਵਾ ਸੋ ਕਰੇ, ਜਿਸ ਲਏ ਹਰ ਲਾਏ। ਹਰੀ ਦੀ ਸੇਵਾ, ਹਰੀ ਦਾ ਸਿਮਰਨ ਵੀ ਉਹੀ ਕਰਦਾ ਜਿਸ ਨੂੰ ਪਰਮਾਤਮਾ ਆਪਣੇ ਨਾਮ 'ਚ ਲਾ ਦਿੰਦਾ ਹੈ। ਇਹ ਪਰਮਾਤਮਾ ਕਿਰਪਾ ਕਰਦਾ ਤਾਂ ਅਸੀਂ ਨਾਮ ਜਪਦੇ ਹਾਂ। ਜੇ ਉਹਦੀ ਕਿਰਪਾ ਨਾ ਹੋਵੇ, ਨਾਮ ਜਪਦਿਆਂ ਨੀਂਦ ਆਉਂਦੀ ਹੈ, ਬਾਣੀ ਪੜ੍ਹਦਿਆਂ ਨੀਂਦ ਆਉਂਦੀ ਹੈ। ਇਹ ਤਾਂ ਸਾਫ਼ ਜ਼ਰੂਰੀ ਹੈ ਜੇ ਕਿਰਪਾ ਨਹੀਂ ਹੈ। ਠੀਕ, ਅਸੀਂ ਮਨ ਅੱਠ ਕਰਕੇ ਬਾਣੀ ਪੜ੍ਹ ਰਹੇ, ਨਾਮ ਜਪ ਰਹੇ ਹਾਂ, ਪਰ ਉਹਦੀ ਕਿਰਪਾ ਨਹੀਂ ਹੈ, ਇਸ ਲਈ ਸਾਨੂੰ ਸੁਸਤੀ ਆਉਂਦੀ ਹੈ, ਸਾਨੂੰ ਨੀਂਦ ਆਉਂਦੀ ਹੈ। ਉਹਦੇ ਅੱਗੇ ਬੇਨਤੀਆਂ ਕਰਦੇ ਰਹੀਦੀਆਂ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਤੁਹਾਡਾ ਨਾਮ ਜਪਣਾ ਚਾਹੁੰਦਾ, ਮੈਨੂੰ ਐਕਟਿਵ ਕਰੋ। ਸੋ ਉਹ ਨਾਮ ਜਪਣ ਵੀ ਉਹੀ ਲੱਗਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਆਪ ਲਾਉਂਦਾ ਹੈ। ਸ਼ਲੋਕ ਮਹਿਲਾ ਤੀਜਾ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਗੁਰਮੁਖ ਨਾਮ ਸਲਾਹੇ, ਜਨਮ ਸਵਾਰਿਆ। ਆਪ ਹੋਆ ਸਦਾ ਮੁਕਤ, ਸਭ ਕੁਲ। ਇਹਨੂੰ ਕੁਲ ਪੜ੍ਹਨਾ, ਕੁਲ ਨਹੀਂ ਪੜ੍ਹਨਾ। ਕੁਲ ਟੋਟਲ ਨੂੰ ਕਹਿੰਦੇ ਨੇ। ਕੁਲ ਲੱਲੇ ਦੇ ਪੈਰ ਬਿੰਦੀ ਲਾ ਕੇ, ਖਾਨਦਾਨ। ਸਭ ਕੁਲ ਨਿਸਤਾਰਿਆ। ਸੋਹਣ ਸੱਚ ਦੁਆਰ, ਨਾਮ ਪਿਆਰਿਆ। ਮਨਮੁਖ ਮਰੈ ਅਹੰਕਾਰ। ਅਹੰਕਾਰ ਸੰਸਕ੍ਰਿਤ ਦਾ ਸ਼ਬਦ ਹੈ, ਇਹਨੂੰ ਅਹੰਕਾਰ ਨਹੀਂ ਪੜ੍ਹਨਾ, ਉਹ ਹੰਕਾਰ ਦਾ ਵਿਰੋਧੀ ਸ਼ਬਦ ਹੋ ਜਾਏਗਾ। ਆੜਾ ਲੱਗਣ ਨਾਲ ਕਈ ਵਾਰੀ ਵਿਰੋਧੀ ਸ਼ਬਦ ਹੋ ਜਾਂਦਾ ਹੈ, ਇਸ ਲਈ ਇਹਨੂੰ ਪੜ੍ਹਨਾ ਅਹੰਕਾਰ। ਮਨਮੁਖ ਮਰੈ ਅਹੰਕਾਰ, ਮਰਨ ਵਿਗਾੜਿਆ। ਸਭੋ ਵਰਤੈ ਹੁਕਮ, ਕਿਆ ਕਰੈ ਵਿਚਾਰਿਆ। ਆਪੋਂ ਦੂਜੈ ਲਗ, ਖਸਮ ਵਿਸਾਰਿਆ। ਨਾਨਕ ਬਿਨ ਨਾਮੈ ਸਭ ਦੁੱਖ, ਸੁਖ ਵਿਸਾਰਿਆ। ਤੀਸਰੇ ਪਾਤਸ਼ਾਹ ਫਿਰ ਫਰਮਾਨ ਕਰਦੇ ਨੇ, ਨਾਨਕ ਸੋ ਸੂਰਾ ਵਰਿਆਮ। ਸੂਰਾ ਤੇ ਵਰਿਆਮ ਦਾ ਮਤਲਬ ਹੈ ਤਾਕਤਵਰ, ਸੂਰਬੀਰ। ਸੂਰਬੀਰ ਨੂੰ ਸੂਰਾ ਵੀ ਕਹਿੰਦੇ ਨੇ, ਵਰਿਆਮ ਵੀ ਕਹਿੰਦੇ ਨੇ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰੇ। ਅਹੰਕਰ ਮਾਨੇ ਹੰਕਾਰ। ਅਸਲ 'ਚ ਬਹਾਦਰ ਕੌਣ ਹੈ? ਅਸਲ 'ਚ ਸੂਰਬੀਰ ਕੌਣ ਹੈ? ਜਿਸ ਨੇ ਆਪਣੇ ਅੰਦਰ ਦੁਸ਼ਟ ਹੰਕਾਰ ਨੂੰ ਮਾਰ ਲਿਆ। ਹੰਕਾਰ ਨੂੰ ਦੁਸ਼ਟ ਕਿਹਾ ਹੈ। ਹੰਕਾਰ 'ਚ ਆ ਕੇ ਮਨੁੱਖ ਭੈੜੇ ਕੰਮ ਕਰਦਾ ਹੈ। ਹੰਕਾਰੀ ਮਨੁੱਖ ਦੂਜਿਆਂ 'ਤੇ ਹਮੇਸ਼ਾ ਜ਼ੁਲਮ ਕਰਦਾ ਹੈ। ਰਾਜਾ ਜਿਹੜਾ ਹੈ ਇਹ ਹੰਕਾਰੀ ਹੋ ਜਾ ਕਰਦਾ। ਧਨ ਦੌਲਤ ਇਹ ਵੀ ਹੰਕਾਰ ਪੈਦਾ ਕਰਦੀ ਹੈ। ਰਾਜ ਭਾਗ ਹੈ, ਇਹ ਵੀ ਹੰਕਾਰ ਪੈਦਾ ਕਰਦਾ ਹੈ। ਹੰਕਾਰੀ ਬੰਦਾ ਕਦੇ ਵੀ ਇਨਸਾਫ ਨਹੀਂ ਸਮਾਜ ਨਾਲ ਕਰਿਆ ਕਰਦਾ, ਉਹ ਜ਼ਾਲਮ ਹੋ ਜਾਂਦਾ ਹੈ, ਉਹ ਜ਼ੁਲਮ ਕਰਦਾ ਹੈ।
ਉਹ ਆਪਣੀ ਗੱਲ ਮਨਵਾਉਣੀ ਚਾਹੁੰਦਾ ਹੈ। ਇਸ ਲਈ ਅਹੰਕਾਰ ਨੂੰ ਦੁਸ਼ਟ ਕਿਹਾ ਹੈ। ਬਹਾਦਰ ਕਹਿੰਦੇ ਅਸਲ 'ਚ ਕੌਣ ਹੈ? ਜਿਹਨੇ ਦੁਸ਼ਟ ਅਹੰਕਾਰ ਨੂੰ ਆਪਣੇ ਅੰਦਰੋਂ ਮਾਰ ਲਿਆ, ਖਤਮ ਕਰ ਲਿਆ। ਗੁਰਮੁਖ ਨਾਮ ਸਲਾਹੇ ਜਨਮ ਸਵਾਰੇ। ਗੁਰੂ ਨੇ ਜਿਹੜਾ ਨਾਮ ਦਿੱਤਾ ਸੀ, ਗੁਰਮੰਤਰ ਦਿੱਤਾ ਸੀ, ਉਸ ਗੁਰਮੰਤਰ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਕੇ, ਸਲਾਹੇ ਸਿਫਤ ਸਲਾਹ ਕਰਕੇ ਜਨਮ ਸਵਾਰਿਆ, ਆਪਣਾ ਜਨਮ ਸਵਾਰ ਲੈਂਦਾ। ਗੁਰੂ ਦੇ ਦਿੱਤੇ ਨਾਮ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਆਪਣੇ ਜਨਮ ਨੂੰ ਸਵਾਰ ਲੈਂਦਾ, ਆਪਣੇ ਜੀਵਨ ਨੂੰ ਸਵਾਰ ਲੈਂਦਾ। ਆਪ ਹੋਆ ਸਦਾ ਮੁਕਤ, ਆਪ ਸਦਾ ਲਈ ਮੁਕਤ ਹੋ ਜਾਂਦਾ। ਸਭ ਕੋਲ ਨਿਸਾਰਿਆ ਅਤੇ ਆਪਣੇ ਖਾਨਦਾਨ ਦਾ ਵੀ ਪਾਰ ਉਤਾਰਾ ਕਰ ਦਿੰਦਾ। ਜਿਵੇਂ ਗੁਰਬਾਣੀ ਕੀ ਜਿਹੜੇ ਭਗਤ ਹੈ 21 ਕੁਲਾਂ ਤਾਰ ਦਿੰਦਾ, 21 ਕੁਲਾਂ ਤਾਰ, 7 ਬਾਪ ਦੀਆਂ, 7 ਮਾਂ ਦੀਆਂ, 7 ਸਹੁਰੇ ਦੀਆਂ। ਬਾਪ ਦੇ 7 ਕੁਲਾਂ, ਬਾਪ ਦਾ ਅੱਗੇ ਬਾਪ, ਉਹਦਾ ਬਾਪ, ਉਹਦਾ ਬਾਪ, ਉਹਦਾ ਬਾਪ, ਉਹਦਾ ਬਾਪ, ਉਹਦਾ ਬਾਪ, ਉਹਨਾਂ ਦੇ ਸਾਰ ਅੱਗੇ ਅੱਗੇ ਬਾਲ ਬੱਚੇ ਸਾਰੇ। ਬਾਪ ਹੋ ਗਿਆ, ਉਹਦੇ ਜਿੰਨੇ ਬਾਲ ਬੱਚੇ ਨੇ ਸਾਰੇ। ਬਾਪ ਦਾ ਬਾਪ ਦਾਦਾ ਹੋ ਗਿਆ, ਉਹਦੇ ਜਿੰਨੇ ਬੱਚੇ ਸਨ ਉਹ ਸਾਰੇ। ਪੜਦਾਦਾ ਹੋ ਗਿਆ, ਉਹਦੇ ਉਦੋਂ ਅੱਗੇ 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 7 ਕੁਲਾਂ ਬਾਪ ਦੀਆਂ ਤਾਰ ਦਿੰਦਾ, 7 ਮਾਂ ਦੀਆਂ ਤਾਰ ਦਿੰਦਾ, 7 ਸਹੁਰੇ ਦੀਆਂ ਕੁਲਾਂ ਤਾਰ ਦੇ, 21 ਕੁਲਾਂ ਤਾਰ ਦਿੰਦਾ। ਕਿਉਂਕਿ ਉਹਦੇ ਕੋਲ ਨਾਮ ਦੀ ਦਾਤ ਹੁੰਦੀ ਹੈ। ਉਹ ਜਿਵੇਂ ਤੁਹਾਨੂੰ ਕਿਸੇ ਨੇ ਬਾਣੀ ਪੜ੍ਹਨ ਲਾਤਾ, 25% ਬਾਣੀ ਉਹ ਲੈ ਜਾਏਗਾ, ਤੁਸੀਂ ਜਿਹੜੀ ਪੜ੍ਹੋਗੇ ਉਹਨੂੰ ਆਪਣੇ ਆਪ ਹੀ 25% ਹਿੱਸਾ ਮਿਲ ਜਾਣਾ। ਸੰਤ ਅੰਬੇ ਵਾਲੇ ਸੰਤ ਪ੍ਰੀਤਮ ਸਿੰਘ ਜੀ, ਉਹ ਆਪ ਖੇਤੀ ਕਰਕੇ ਰੋਟੀ ਪਾਣੀ ਖਾਂਦੇ ਸਨ। ਕਹਿੰਦੇ 25% ਮੇਰੀ ਭਜਨ ਬੰਦਗੀ ਤਾਂ ਉਹ ਲੈ ਗਿਆ ਜਿਹਨੇ ਮੈਨੂੰ ਇਸ ਪਾਸੇ ਲਾਇਆ, ਅਤੇ ਜਿਹੜਾ ਮੈਨੂੰ ਰੋਟੀ ਪਾਣੀ ਖੁਆਏਗਾ 25% ਉਹ ਲੈ ਜਾਏਗਾ, ਮੇਰੇ ਪੱਲੇ ਦੇ 50% ਰਹੇਗੀ। ਜਦੋਂ ਤੁਸੀਂ ਸੰਤਾਂ ਮਹਾਤਮਾ ਨੂੰ ਰੋਟੀ ਖਵਾਉਂਦੇ ਹੋ, ਕੱਪੜੇ ਦਿੰਦੇ ਹੋ, ਉਹਨਾਂ ਦੀ ਭਜਨ ਬੰਦਗੀ ਤੁਹਾਨੂੰ ਆਪਣੇ ਆਪ ਮਿਲ ਜਾਂਦਾ ਉਹਦਾ ਹਿੱਸਾ। ਜਿਹੜੇ ਤੁਹਾਡੇ ਮਾਂ ਬਾਪ ਸਨ, ਜਿਨ੍ਹਾਂ ਨੇ ਤੁਹਾਨੂੰ ਇਸ ਪਾਸੇ ਲਾਇਆ, ਭਾਵੇਂ ਉਹ ਮਰ ਗਏ ਨੇ, ਤੁਹਾਡੀ ਭਜਨ ਬੰਦੇ ਕੁਝ ਹਿੱਸਾ ਉਹਨਾਂ ਤੱਕ ਆਪਣੇ ਆਪ ਪਹੁੰਚਦਾ ਰਹਿੰਦਾ। ਉਹ ਕਿਸੇ ਜੂਨੀ 'ਚ ਹੁਣ ਉਹਨਾਂ ਦਾ ਭਲਾ ਹੁੰਦਾ ਰਹਿੰਦਾ। ਜਿਸ ਨੇ ਪ੍ਰੇਰ ਕੇ ਤੁਹਾਨੂੰ ਇਸ ਪਾਸੇ ਲਾਇਆ, ਕੁਝ ਹਿੱਸਾ ਉਸ ਨੂੰ ਮਿਲਦਾ ਰਹਿੰਦਾ ਹੈ, ਆਪਣੇ ਆਪ ਹੀ ਉਹਨੂੰ ਮਿਲਦਾ ਰਹਿੰਦਾ। ਤਾਂ ਹੀ ਕਹਿੰਦੇ ਕਿਸੇ ਨੂੰ ਰੱਬ ਵਾਲੇ ਪਾਸੇ ਲਾਉਣਾ ਬਹੁਤ ਵੱਡਾ ਪੁੰਨ ਹੈ, ਅਤੇ ਕਿਸੇ ਨੂੰ ਰੱਬ ਨਾਲ ਤੋੜਦਾ ਸਭ ਤੋਂ ਵੱਡਾ ਪਾਪ ਹੈ। ਭਜਨ ਬੰਦਗੀ ਵਾਲੇ ਨੂੰ ਮਖੌਲ ਕਰਕੇ ਰੱਬ ਨਾਲ ਤੋੜਨਾ ਨਹੀਂ ਹੈਗਾ। ਕਈ ਬੱਚਿਆਂ ਨੇ ਅੰਮ੍ਰਿਤ ਛਕਿਆ ਹੁੰਦਾ, ਉਹ ਕਾਲੇ ਆਹ ਗਿਆਨੀ, ਆਹ ਗਿਆਨੀ, ਆਹ ਫਲਾਣਾ ਕਹਿ ਕੇ ਉਹਦਾ ਅੰਮ੍ਰਿਤ ਛਡਾ ਦਿੰਦੇ। ਬੜਾ ਵੱਡਾ ਉਹਨਾਂ ਨੇ ਜ਼ਿੰਦਗੀ 'ਚ ਪਾਪ ਕਰ ਲਿਆ ਹੈ, ਅਤੇ ਉਹ ਵੀ ਮੂਰਖ ਹੈ ਜਿਹੜੇ ਉਹਨਾਂ ਦੇ ਆਖੇ ਲਾ ਕੇ ਅੰਮ੍ਰਿਤ ਛੱਡ ਬੈਠਾ ਹੈ। ਸੰਸਾਰ ਹੈ, ਇਹਨਾਂ ਦਾ ਮਖੌਲ ਕਰਨਾ ਹੀ ਕਰਨਾ। ਇਹਨਾਂ ਦਾ ਕੀ ਹੈ? ਸੰਸਾਰ ਦਾ ਕੋਈ ਮੂੰਹ ਥੋੜ੍ਹਾ ਹੀ ਫੜ ਸਕਦਾ ਹੈ। ਇਹ ਤਾਂ ਸਾਧ ਨੂੰ ਵੀ ਚੋਰ ਕਹਿ ਦੇਣਗੇ, ਇਹਨਾਂ ਦਾ ਕੀ ਹੈ? ਕਿਉਂਕਿ ਚੋਰ ਨੂੰ ਸਾਰੇ ਚੋਰ ਹੀ ਦਿਸਦੇ ਨੇ। ਸੰਸਾਰ ਦੀ ਪਰਵਾਹ ਨਹੀਂ ਕਰੀਦੀ ਹੁੰਦੀ। ਭਜਨ ਬੰਦਗੀ ਕਰਨ ਵਾਲਾ ਜੇ ਸੰਸਾਰ ਦੀ ਪਰਵਾਹ ਕਰੇਗਾ ਨਾ, ਇਹ ਕਾਮਯਾਬ ਹੀ ਨਹੀਂ ਹੁੰਦਾ। ਆਪਣੀ ਧੁਨ ਦੇ ਪੱਕੇ ਰਹਿਣਾ, ਸਿਰਫ ਇਹ ਦੇਖਣਾ ਕਿ ਜਿਹੜੇ ਮੈਂ ਕਰਮ ਕਰ ਰਿਹਾ ਬਾਣੀ ਅਨੁਸਾਰ ਹਨ। ਅਗਰ ਤੁਹਾਡੇ ਕਰਮ ਬਾਣੀ ਅਨੁਸਾਰ ਨੇ, ਲੋਕ ਜਿੰਨੀ ਮਰਜ਼ੀ ਪਏ ਨਿੰਦਿਆ ਕਰਨ। ਮੰਨ ਲਓ ਤੁਸੀਂ ਚੋਰ ਨਹੀਂ, ਲੋਕ ਕਹਿੰਦੇ ਤਾਂ ਚੋਰ ਹੈ, ਕਹੀ ਜਾਓ ਬਈ, ਉਹਨਾਂ ਦੇ ਕਹਿਣ ਨਾਲ ਤੁਸੀਂ ਚੋਰ ਥੋੜ੍ਹੇ ਹੋ ਜਾਓਗੇ। ਹਾਂ, ਅਗਰ ਤੁਸੀਂ ਚੋਰ ਹੋ, ਉਹ ਤੁਹਾਨੂੰ ਕਹਿੰਦੇ ਚੋਰ ਹੈ, ਫਿਰ ਇਹਦਾ ਮਤਲਬ ਉਹਨਾਂ ਨੂੰ ਪਤਾ ਹੈ ਮੇਰੀ ਚੋਰੀ ਦਾ, ਆਪਣਾ ਸੁਧਾਰ ਕਰ ਲਓ, ਸੁਧਾਰ ਕਰ ਲਓ। ਕਬੀਰ ਸਾਹਿਬ ਨੇ ਨਿੰਦੋ ਨਿੰਦੋ ਲੋਕੋ ਮੋਗ ਲੋਕ ਨਿੰਦੋ, ਹਾਂ ਨਿੰਦਾ ਜਨ ਕੋ ਖਰੀ ਪਿਆਰੀ। ਫਿਰ ਉਹ ਕਹਿੰਦੇ ਨੇ ਜਿਹੜਾ ਮੇਰੀ ਨਿੰਦਿਆ ਕਰਦਾ ਉਹ ਤਾਂ ਮੇਰਾ ਰਿਸ਼ਤੇਦਾਰ ਹੈ। ਕਿਉਂ ਹੈ? ਉਹ ਮੇਰੀ ਬੁਰਾਈ ਦੱਸ ਰਿਹਾ ਮੈਨੂੰ, ਤੇਰੇ ਅੰਦਰ ਆਹ ਬੁਰਾਈ ਹੈ, ਇਹਨੂੰ ਠੀਕ ਕਰ ਲੈ। ਅਤੇ ਜੇ ਨਹੀਂ ਤਾਂ ਕਰੀ ਜੋ ਨਿੰਦਿਆ, ਉਹਦਾ ਕੀ ਅਸਰ ਪੈਂਦਾ? ਨਿੰਦਕਾਂ ਦਾ ਕਦੇ ਸਟੇਜ 'ਤੇ ਜਵਾਬ ਨਹੀਂ ਦਿੰਦਾ ਹੁੰਦਾ, ਫਿਰ ਬਹਿਸਾਂ ਸ਼ੁਰੂ ਹੋ ਜਾਂਦੀਆਂ, ਉੱਥੇ ਫਿਰ ਲੜਾਈਆਂ ਹੁੰਦੀਆਂ, ਝਗੜੇ ਹੁੰਦੇ। ਸੰਸਾਰ ਨੇ ਤਾਂ ਕੁਛ ਨਾ ਕੁਛ ਕਹੀ ਜਾਣਾ ਹੁੰਦਾ, ਬਸ ਆਪਣਾ ਲੱਗੇ ਰਹੀਦਾ ਹੁੰਦਾ। ਜਦੋਂ ਤੁਸੀਂ ਇੱਕ ਲੈਵਲ ਕ੍ਰੋਸ ਕਰ ਜਾਓਗੇ ਨਾ,
ਇਹੀ ਸੰਸਾਰ ਜੇ ਮਗਰ ਨਿੰਦਿਆ ਕਰਦਾ ਤੁਹਾਡੇ ਅੱਗੇ ਪੈਰੀ ਪਵੇਗਾ। ਲੱਗੇ ਰਹਿਣਾ ਸੰਸਾਰ ਦੀ ਨਹੀਂ ਪਰਵਾਹ ਕਰੀ ਕੀ ਕਹਿੰਦਾ ਕੀ ਨਹੀਂ ਕਹਿੰਦਾ। ਤਾਂ ਹੀ ਕਹਿੰਦੇ ਨਾਨਕ ਦੁਨੀਆ ਕੀਆਂ ਵਡਿਆਈਆਂ ਨਾਨਕ ਕਮਨੇ ਕਾਮ। ਕਹਿੰਦੇ ਲੋਕਾਂ ਦੀ ਵਡਿਆਈ ਮੇਰੇ ਕਿਸ ਕੰਮ ਨੇ? ਇਹ ਤਾਂ ਅੱਜ ਮੈਨੂੰ ਵਧੀਆ ਕਹਿਣਗੇ ਕੱਲ੍ਹ ਨੂੰ ਘਟੀਆ ਕਹਿਣ ਲੱਗ ਜਾਣਗੇ। ਜਿਹੜਾ ਲੋਕਾਂ ਦੀ ਵਡਿਆਈ ਸੁਣ ਕੇ ਖੁਸ਼ ਹੁੰਦਾ ਅਤੇ ਨਿੰਦਿਆ ਸੁਣ ਕੇ ਦੁਖੀ ਹੁੰਦਾ, ਇਹ ਤਾਂ ਅਜੇ ਨਹੀਂ ਗੱਲ ਬਣੀ। ਅਜੇ ਵਿਚਾਰਾ ਸਾਡੇ ਵਰਗੇ ਹੀ ਹੈ। ਜਦੋਂ ਇਸ ਗੱਲ ਤੋਂ ਉੱਪਰ ਉੱਠ ਜਾਏਗਾ ਸਮਝੋ ਹਾਂ ਹੁਣ ਗੱਲ ਬਣ ਗਈ ਹੈ। ਇਸ ਲਈ ਇਹ ਸੰਸਾਰ ਹੈ, ਇਹਨਾਂ ਦਾ ਕੁਛ ਨਾ ਕੁਛ ਕਹੀ ਜਾਣਾ ਹੁੰਦਾ ਹੈ। ਹਾਂਜੀ 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 ਭੇਦ ਨਹੀਂ ਹੈ। ਪਰ ਜਿਹੜਾ ਹੈ ਜਿਵੇਂ ਤੁਸੀਂ ਕਿਸੇ ਸੰਤ ਮਹਾਤਮਾ ਕੋਲ ਚਲੇ ਜਾਓ, ਉਹ ਕਹਿਣਗੇ ਭਾਈ ਗੁਰੂ ਮਹਾਰਾਜ ਭਲੀ ਕਰਨਗੇ, ਇਹ ਕਹਿਣਗੇ। ਕਦੇ ਨਹੀਂ ਕਹਿੰਦੇ ਜਾ ਤੇਰਾ ਭਲਾ ਹੋਵੇ, ਇਹ ਨਹੀਂ ਕਹਿੰਦੇ। ਉਹ ਕ੍ਰੈਡਿਟ ਆਪ ਨਹੀਂ ਲੈਂਦੇ, ਉਹ ਕ੍ਰੈਡਿਟ ਆਪ ਨਹੀਂ ਲੈਂਦੇ। ਹਉਮੈ ਆਉਂਦੀ ਹੈ ਜਾ ਤੇਰਾ ਭਲਾ ਹੋਵੇ, ਉਹ ਫਿਰ ਆਪਣੇ ਕੋਲ ਕਹਿੰਦੇ ਨਾ। ਦਸਵੇਂ ਪਾਤਸ਼ਾਹ ਨੇ ਕਦੇ ਨਹੀਂ ਕਿਹਾ ਜਾ ਤੇਰਾ, ਨਾ ਕਹੇ ਭਾਈ ਗੁਰੂ ਨਾਨਕ ਭਲੀ ਕਰਨਗੇ। ਸਾਰੇ ਗੁਰੂ ਨੇ ਇਹੀ ਕਿਹਾ ਭਾਈ ਗੁਰੂ ਨਾਨਕ ਭਲੀ ਕਰਨਗੇ, ਐਂ ਕਹਿੰਦੇ ਸੀ। ਇਸ ਤਰ੍ਹਾਂ ਗੁਰੂ ਬਾਰੇ ਕਹਿੰਦੇ ਹਾਂ ਭਾਈ ਪਰਮਾਤਮਾ ਤੁਹਾਨੂੰ ਮੁਕਤ ਕਰੇਗਾ। ਇਸ ਕਰਕੇ ਜਿਵੇਂ ਜਿਹੜੇ ਸੰਤ ਮਹਾਤਮਾ ਨੇ ਇਹਨਾਂ ਦਾ ਕੰਮ ਹੈ ਗੁਰੂ ਨਾਲ ਜੋੜਨਾ। ਤਾਂ ਹੀ ਕਹਿੰਦੇ ਭਾਈ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ। ਸੰਤਾਂ ਦਾ ਕੰਮ ਹੈ ਗੁਰੂ ਨਾਲ ਜੋੜਨਾ, ਗੁਰੂ ਦਾ ਕੰਮ ਹੈ ਰੱਬ ਨਾਲ ਜੋੜਨਾ। ਉਹਨਾਂ ਦੇ ਕੰਮ ਹੈ ਰੱਬ ਨਾਲ ਜੋੜਨਾ, ਉਹਨਾਂ ਦੀ ਡਿਊਟੀ ਹੈ। ਉਹ ਵਿਚੋਲੇ ਨੇ, ਉਹ ਸਾਡੇ ਅਤੇ ਪਰਮਾਤਮਾ ਦੇ ਵਿਚਾਲੇ ਵਿਚੋਲੇ ਨੇ। ਜਦੋਂ ਸਾਡੇ 'ਤੇ ਖੁਸ਼ ਆ ਜਾਂਦੇ ਨੇ ਸਾਡੀ ਸਿਫਾਰਿਸ਼ ਕਰ ਦਿੰਦੇ ਨੇ। ਉਹ ਸਾਡੀ ਸਿਫਾਰਿਸ਼ ਕਰਦੇ ਪਰਮਾਤਮਾ ਨੂੰ। ਪਰਮਾਤਮਾ ਫਿਰ ਗੁਰੂ ਦੀ ਗੱਲ ਮੋੜਦਾ ਨਹੀਂ। ਉਹ ਜੇ ਕਹਿੰਦੇ ਮੈਨੂੰ ਮੁਕਤ ਕਰ ਦਿਓ, ਕਰ ਦਿੰਦੇ ਨੇ। ਉਹ ਪਰਮਾਤਮਾ ਨੂੰ ਸਿਫਾਰਿਸ਼ ਸਾਡੀ ਕਰਦੇ ਨੇ। ਗੁਰ ਪ੍ਰਸਾਦ ਹੁੰਦੀ ਹੈ ਤਾਂ ਇੱਕ ਓਂਕਾਰ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ। ਜਿਹੜਾ ਗੁਰਮੁਖ ਹੁੰਦਾ ਉਹ ਨਾਮ ਜਪ ਜਪ ਕੇ ਆਪਣੇ ਜੀਵਨ ਨੂੰ ਸਵਾਰ ਲੈਂਦਾ। ਆਪ ਉਹ ਸਦਾ ਮੁਕਤ ਸਭ ਕੁਲ ਨਿਸਤਾਰਿਆ। ਆਪ ਮੁਕਤ ਹੋ ਜਾਂਦਾ ਅਤੇ ਇੱਕ ਸਾਰੇ ਖਾਨਦਾਨ ਦਾ ਵੀ ਭਲਾ ਕਰ ਦਿੰਦਾ। ਇਹੋ ਜਿਹੜੇ ਬੰਦੇ ਨੇ ਸੋਹਣ ਸੱਚ ਦੁਆਰ ਨਾਮ ਪਿਆਰੇ। ਜਿਹੜੇ ਨਾਮ ਨੂੰ ਪਿਆਰ ਕਰਦੇ ਨੇ ਉਹ ਪਰਮਾਤਮਾ ਦੇ ਦਰ 'ਤੇ ਜਾ ਕੇ ਸੋਹਣੇ ਲੱਗਦੇ ਨੇ। ਸੱਚ ਦੁਆਰ, ਸੱਚ ਪਰਮਾਤਮਾ ਨੂੰ ਕਹਿੰਦੇ। ਸੱਚ ਚੱਚੇ ਨੂੰ ਸਿਆਰੀ, ਪਰਮਾਤਮਾ ਦੇ ਦੁਆਰ ਹਾਰੇ ਨੂੰ ਸੁਹਾਰੇ। ਸਿਆਰੀ ਹੈ ਦੁਆਰ 'ਤੇ। ਇਹ ਤਾਂ ਲਾਈਆਂ ਨੇ, ਇਹ ਬੋਲਣ ਲਈ ਨਹੀਂ ਹੈਗੀਆਂ। ਸੋਹਣ ਨੰਨੇ ਨੂੰ ਸਿਆਰੀ ਹੈ, ਸੋਹਣੇ ਲੱਗਦੇ ਹਨ। ਸੱਚ ਪਰਮਾਤਮਾ ਦੇ ਦੁਆਰ ਦੁਆਰੇ 'ਤੇ। ਜਿਹੜੇ ਨਾਮ ਦੇ ਪਿਆਰੇ ਨੇ, ਜਿਹੜੇ ਨਾਮ ਨੂੰ ਪਿਆਰ ਕਰਦੇ ਹਨ, ਉਹ ਪਰਮਾਤਮਾ ਦੇ ਦਰ 'ਤੇ ਸੋਹਣੇ ਲੱਗਦੇ ਹਨ। ਮਨਮੁਖ ਮਰੈ ਅਹੰਕਾਰ ਮਰਨ ਵਿਗਾੜਿਆ। ਜਿਹੜੇ ਮਨਮੁਖ ਨੇ ਹੰਕਾਰ 'ਚ ਹੀ ਮਰੇ ਰਹਿੰਦੇ ਨੇ। ਹੰਕਾਰ ਕਰਦੇ ਕਰਦੇ ਹੀ ਮਰ ਜਾਂਦੇ ਹਨ। ਉਹ ਉਹਨਾਂ ਦੀ ਮੌਤ ਵੀ ਵਧੀਆ ਨਹੀਂ ਹੁੰਦੀ। ਆਪਣੀ ਮੌਤ ਨੂੰ ਵੀ ਵਿਗਾੜ ਲੈਂਦੇ ਨੇ। ਭਾਵ ਉਹਨਾਂ ਦੀ ਮੌਤ ਦੀ ਵੀ ਕੋਈ ਕੀਮਤ ਨਹੀਂ ਫਿਰ ਪੈਂਦੀ। ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰੇ। ਫਿਰ ਗੁਰੂ ਇਹ ਸਭ ਪਰਮਾਤਮਾ ਦਾ ਹੁਕਮ ਵਰਤ ਰਹੇ, ਇਹ ਵਿਚਾਰੇ ਵੀ ਕੀ ਕਰਨ? ਇਹ ਵਿਚਾਰੇ ਵੀ ਕੀ ਕਰਨ? ਪਰਮਾਤਮਾ ਦਾ ਹੁਕਮ ਹੈ ਜਾਂ ਤੂੰ ਹੰਕਾਰ ਕਰੀ ਜਾ, ਜਾਂ ਦਫਾ ਹੋ ਤੂੰ। ਉਹਨੂੰ ਇਸ ਪਾਸੇ ਲਾ ਰੱਖਿਆ ਹੁੰਦਾ। ਕਹਿੰਦੇ ਸਭੋ ਵਰਤੈ ਹੁਕਮ, ਸਭ 'ਤੇ ਪਰਮਾਤਮਾ ਦਾ ਹੁਕਮ ਚੱਲਦਾ ਹੈ। ਕਿਆ ਕਰੇ ਵਿਚਾਰੇ। ਇਹ ਵਿਚਾਰੇ ਕਰਨ ਤੇ ਕਰਨ ਕੀ? ਭਾਵਨ ਦੇ ਵੱਸ 'ਚ ਨਹੀਂ ਹੈ। ਆਪੋਂ ਦੂਜਾ ਲੱਗ ਖਸਮ ਵਿਚਾਰੇ। ਇਹ ਆਪ ਮਾਇਆ ਨਾ ਲੱਗ, ਦੂਜਾ ਲੱਗ ਪਾ ਮਾਇਆ। ਪਹਿਲਾਂ ਪਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ, ਫਿਰ ਉਹਨੇ ਮਾਇਆ ਨੂੰ ਬਣਾਇਆ, ਫਿਰ ਮਾਇਆ ਦੇ 3 ਪੁੱਤਰ ਚੇਲੇ ਬਣਾਏ। ਏਕਾ ਮਾਈ ਜੁਗਤ ਵੇ। ਇਹ ਪਹਿਲਾਂ ਪਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ, ਫਿਰ ਉਹਨੇ ਮਾਇਆ ਬਣਾਈ। ਮਾਇਆ ਤੋਂ ਫਿਰ ਅੱਗੇ ਇਹ ਤਿੰਨੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਪੈਦਾ ਹੋਏ।
ਜੇ ਰੱਬ ਤੋਂ ਹੁੰਦੇ ਫਿਰ ਤਾਂ ਇਹ ਬ੍ਰਹਮ ਗਿਆਨੀ ਹੁੰਦੇ, ਨਹੀਂ, ਇਹ ਮਾਇਆ ਦੇ ਪੁੱਤਰ ਸਨ, ਇਸ ਲਈ ਇਹ ਮਾਇਆ ਦੇ ਅਧੀਨ ਹੀ ਰਹੇ। ਹੁਣ ਤਾਂ ਇੱਕ ਦਾ ਤਾਂ ਆਉਂਦਾ ਆਪਣੀ ਧੀ 'ਤੇ ਹੀ ਮੋਹਿਤ ਹੋ ਗਿਆ, ਆਪਣੀ ਧੀ ਦੀ ਸੁੰਦਰਤਾ 'ਤੇ ਹੀ ਮੋਹਿਤ ਹੋ ਗਿਆ। ਉਹ ਤੇ ਧੀ ਬੜੀ ਤਗੜੀ ਸੀ, ਉਹਨੇ ਦੇਖਿਆ ਮੇਰੇ ਪਿਤਾ ਦਾ ਮਨ ਮੈਲਾ ਹੋ ਗਿਆ, ਉਹ ਨਾ ਉੱਡ ਕੇ ਬਾਪ ਦੇ ਪਿੱਛੇ ਚਲੀ ਗਈ। ਹਿੰਦੂਆਂ ਧਾਰਮਿਕਾਂ 'ਤੇ ਲਿਖਿਆ ਬ੍ਰਹਮਾ ਆਪਣੀ ਲੜਕੀ ਸਰਸਵਤੀ ਮੋਹਿਤ ਹੋ ਗਿਆ। ਉਹ ਇਸ਼ਨਾਨ ਕਰਕੇ ਸਿਰ ਸੁਕਾ ਰਹੇ ਸੀ, ਉਹਦੀ ਸੁੰਦਰਤਾ ਵੇਖ ਕੇ ਬ੍ਰਹਮਾ ਮੋਹਿਤ ਹੋ ਗਿਆ। ਲੜਕੀ ਵੀ ਤਾਂ ਅੱਗੋਂ ਪੂਰਨ ਸੀ, ਉਹਨੇ ਦੇਖਿਆ ਮੇਰੇ ਬਾਪ ਦੀ ਜਿਹੜਾ ਹੈ ਮਨ ਮੈਲਾ ਹੋ ਗਿਆ, ਉਹ ਪਿਛਲੇ ਪਾਸੇ ਚਲੀ ਗਈ। ਬ੍ਰਹਮਾ ਨੇ ਪਿਛਲੇ ਪਾਸੇ ਇੱਕ ਸਿਰ ਲਾ ਲਿਆ, ਉਹ ਖੱਬੇ ਪਾਸੇ ਆ ਗਈ। ਬ੍ਰਹਮਾ ਨੇ ਖੱਬੇ ਪਾਸੇ ਸਿਰ ਲਾ ਲਿਆ, ਉਹ ਸੱਜੇ ਪਾਸੇ ਉੱਡ ਕੇ ਆ ਗਈ। ਬ੍ਰਹਮਾ ਨੇ ਸੱਜੇ ਪਾਸੇ ਸਿਰ ਲਾ ਲਿਆ, ਹੁਣ ਬਚਣ ਲਈ ਕੋਈ ਨਹੀਂ ਰਿਹਾ, ਉਹ ਆਕਾਸ਼ ਨੂੰ ਉੱਡ ਪਈ। ਬ੍ਰਹਮਾ ਨੇ ਇੱਕ ਸਿਰ ਉੱਪਰ ਲਾ ਲਿਆ। ਸ਼ਿਵ ਜੀ ਮਹਾਰਾਜ ਇਸ ਗੱਲ ਨੂੰ ਵੇਖ ਰਹੇ ਸਨ, ਉਹਨਾਂ ਨੂੰ ਚੜਿਆ ਗੁੱਸਾ, ਉਹਨਾਂ ਜੇ ਉੱਪਰਲਾ ਸਿਰ ਸੀ ਤਲਵਾਰ ਨਾਲ ਵੜਤਾ, ਜੋ ਉਹਨਾਂ ਕੋਲੇ ਉਹ ਸੀ ਤਰਸ਼ੂਲ ਨਾਲ, ਉਹ ਬ੍ਰਹਮ ਹੱਤਿਆ ਲੱਗ ਗਈ। ਉਹ ਹੁਣ ਹੱਥ ਨਾਲੋਂ ਉਹ ਸਿਰ ਲੈਂਦੇ ਹੀ ਨਹੀਂ। ਬੜੇ ਤੀਰਥਾਂ 'ਤੇ ਜਾ ਕੇ ਸ਼ਿਵ ਜੀ ਮਹਾਰਾਜ ਨੇ ਯਤਨ ਕੀਤਾ, ਇਸ਼ਨਾਨ ਕੀਤੇ, ਨਹੀਂ ਹੱਥ ਲੈ ਰਹੇ। ਆਹ ਜਿਹੜਾ ਹੈ ਕਪਾਲ ਮੋਚਨ, ਜਿਹਨੂੰ ਪੇਂਡੂ ਵਿਚਾਰੇ ਗੋਪਾਲ ਮੋਚਨ ਕਹਿੰਦੇ। ਕਪਾਲ ਹਿੰਦੀ ਦਾ ਸ਼ਬਦ ਹੈ ਸਿਰ, ਮੋਚਨ ਹੁੰਦਾ ਵੱਢਣਾ। ਜਿਹੜਾ ਸਿਰ ਵੱਢਿਆ ਸੀ ਉਹ ਕੁਦਰਤੀ ਜਿਹੜਾ ਸ਼ਿਵ ਜੀ ਮਹਾਰਾਜ ਲੈਟਰਨ ਜਾ ਕੇ ਉਸ ਛਪੜੀ 'ਚ ਹੱਥ ਧੋਣ ਲੱਗੇ, ਜਦੋਂ ਹੱਥ ਪਾਇਆ ਉਹ ਹੱਥ ਸਿਰ ਨਾਲੋਂ ਲੈ ਗਿਆ। ਇਹ ਫਿਰ ਇਹਦਾ ਨਾਮ ਰੱਖਤਾ ਕਪਾਲ ਮੋਚਨ। ਇਸ ਲਈ ਤੇ ਬੜਾ ਭਾਰੀ ਮੇਲਾ ਲੱਗਦਾ। ਗੁਰੂ ਨਾਨਕ ਦੇਵ ਜੀ ਗਏ ਸਨ, 10ਵੇਂ ਪਾਤਸ਼ਾਹ ਨੇ ਆ ਕੇ ਆਪਣੇ ਸ਼ਸਤਰ ਜਿਹੜੇ ਇੱਥੇ ਧੋਤੇ ਸਨ। ਖੈਰ, ਕਿਉਂਕਿ ਸਿੱਖ ਧਰਮ ਇਹਨਾਂ ਨੂੰ ਮਾਇਆ ਦੇ ਪੁੱਤਰ ਗਿਣਦਾ ਹੈ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਨੇ ਪਹਿਲਾਂ ਆਪ ਬਣਾਇਆ, ਆਪਣੇ ਆਪ ਬਣਾਇਆ, ਫਿਰ ਮਾਇਆ ਬਣਾਈ, ਫਿਰ ਇਹ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਇਹ ਬਣਾਏ, ਫਿਰ ਅੱਗੇ ਸਾਰਾ ਸੰਸਾਰ ਧਰਮਾਂ ਦੇ ਅਨੁਸਾਰ ਬਣਾਇਆ ਗਿਆ। ਆਪੋਂ ਦੂਜੇ ਲੱਗ ਖਸਮ ਵਿਸਾਰੇ। ਇਹ ਮਨੁੱਖ ਜਿਹੜਾ ਹੈ ਇਹ ਮਾਇਆ ਨਾਲ ਲਾ ਕੇ ਰੱਬ ਨੂੰ ਭੁਲਾ ਦਿੰਦਾ ਹੈ। ਕਿ ਇੱਕ ਨਾਲ ਹੀ ਪਿਆਰ ਹੋ ਸਕਦਾ, ਦੋ ਨਾਲ ਨਹੀਂ ਹੋ ਸਕਦਾ। ਜਿਹਦਾ ਦੋ ਨਾਲ ਪਿਆਰ ਹੋਵੇ ਤਾਂ ਕਿਸੇ ਨਾਲ ਵੀ ਨਹੀਂ ਰਹਿੰਦਾ। ਜਿਵੇਂ ਤੁਸੀਂ ਦੋ ਬੰਦਿਆਂ ਦੀ ਸਿਫਾਰਿਸ਼ ਲਵਾ ਲਓ, ਤੁਹਾਡਾ ਕੰਮ ਨਹੀਂ ਹੋਏਗਾ। ਉਹ ਪਹਿਲੇ ਨੂੰ ਪਤਾ ਲੱਗ ਜਾਏ ਦੂਜੇ ਦੀ ਸਿਫਾਰਿਸ਼ ਕਿ ਚਲੇ ਉਹ ਕਰੂਗਾ, ਉਹ ਕਹਿੰਦਾ ਉਹ ਕਰੂਗਾ, ਉਹਦਾ ਕੰਮ ਹੀ ਨਹੀਂ ਹੁੰਦਾ। ਇੱਕ ਦੇ ਅੱਗੇ ਸਿਫਾਰਿਸ਼ ਲਾਉਣੀ ਚਾਹੀਦੀ ਬਸ, ਵੀ ਦੇਖੋ ਜੀ ਮੈਂ ਨਹੀਂ ਹੋਰ ਕਿਸੇ ਨੂੰ ਜਾਣਦਾ, ਬਸ ਜਿਵੇਂ ਮਰਜ਼ੀ ਹੈ ਮੇਰਾ ਕੰਮ ਤੁਸੀਂ ਕਰਾਉਣਾ ਹੈ। ਜਦੋਂ ਹੁੰਦਾ ਵੀ ਹਾਂ ਇਹ ਇੱਕ 'ਤੇ ਹੀ ਨਿਰਭਰ ਹੈ, ਫਿਰ ਹੋ ਜਾਂਦਾ ਕੰਮ। ਇਸ ਤਰ੍ਹਾਂ ਜਦੋਂ ਅਸੀਂ ਇੱਕ ਨੂੰ ਹੀ ਪਿਆਰ ਕਰਾਂਗੇ ਉਦੋਂ ਸਾਡੀ ਜਾ ਕੇ ਗੱਲ ਬਣੇਗੀ। ਨਹੀਂ ਤਾਂ ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਦੁਬਦਾ ਨਾ, ਦੋ ਨਾਲ ਪਿਆਰ, ਕਦੇ ਮਾਇਆ ਵਾਲੇ ਪਾਸੇ ਜਾਂਦਾ, ਕਦੇ ਰੱਬ ਵਾਲੇ ਪਾਸੇ। ਸਤ ਸੰਗਤ ਕਰ ਲਈ, ਰੱਬ ਵਾਲੇ ਪਾਸੇ ਆਉਂਦਾ। ਸੰਸਾਰ 'ਚ ਗਿਆ ਫਿਰ ਮਾਇਆ ਖਿੱਚਦੀ ਹੈ, ਐਂ ਹੀ ਰਹਿ ਰੂ ਜਾਂਦਾ। ਤਾਂ ਇਹ ਕਹਿੰਦੇ ਬਿਟਵੀਨ ਟੂ ਸਟੂਲਸ ਯੂ ਆਰ ਸ਼ੋਰ ਟੂ ਫਾਲ ਟੂ ਦਾ ਗਰਾਊਂਡ। ਕਹਿੰਦੇ ਦੋ ਬੇੜੀਆਂ 'ਚ ਪੈਰ ਰੱਖ ਕੇ ਤੁਸੀਂ ਪਾਰ ਨਹੀਂ ਉਤਰ ਸਕਦੇ, ਇੱਕੋ ਬੇੜੀ 'ਤੇ ਚੜ੍ਹਨਾ ਪਵੇਗਾ। ਇਸ ਲਈ ਕਹਿੰਦੇ ਨਾਨਕ ਬਿਨ ਨਾਮੈ ਸਭ ਦੁੱਖ ਸੁੱਖ ਵਿਸਾਰੇ। ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ, ਸੁੱਖ ਤੇ ਭੁੱਲ ਹੀ ਜਾਂਦਾ। ਸੁੱਖ ਨਾਹੀ ਰੇ ਹਰ ਭਗਤ ਬਿਨ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਹੈ ਹੀ ਨਹੀਂ ਹੈ। ਮਨੁੱਖ ਬਹੁਤ ਵੱਡਾ ਭੁਲੇਖਾ ਹੈ ਕਿ ਮਾਇਆ 'ਚ ਸੁੱਖ ਹੁੰਦਾ। ਮਾਇਆ 'ਚ ਸਰੀਰਕ ਸੁੱਖ ਹੁੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਆਪਾਂ ਬੈਠੇ ਨਾ ਗਰਮੀਆਂ ਦੇ ਮੌਸਮ 'ਚ ਬੈਠੇ, ਪਤਾ ਹੀ ਲੱਗਦਾ ਵੀ ਬਾਹਰ ਗਰਮੀ ਹੈ, ਬੈਠੇ ਏਸੀ 'ਚ। ਇਹ ਕਾਹਦੇ ਕਾਰਨ? ਮਾਇਆ ਕਾਰਨ। ਮਾਇਆ ਨਾਲ ਸਾਨੂੰ ਸਰੀਰਕ ਸੁੱਖ ਮਿਲਦੇ ਨੇ, ਮਾਨਸਿਕ ਸੁੱਖ ਨਹੀਂ ਮਿਲਦੇ। ਮਾਨਸਿਕ ਸੁੱਖ ਨਾਮ ਨਾਲ ਮਿਲਦੇ ਨੇ। ਇਸ ਲਈ ਸਿੱਖ ਨੂੰ ਗੁਰੂ ਮਹਾਰਾਜ ਦੋਨੋਂ ਕੰਮ ਹੈ, ਕਿਰਤ ਕਰੋ। ਬਈ ਜਦ ਤੁਸੀਂ ਕਿਰਤ ਕਰੋਗੇ ਤੁਹਾਡੇ ਕੋਲ ਪੈਸਾ ਹੋਵੇਗਾ, ਤੁਹਾਨੂੰ ਸਰੀਰਕ ਸੁੱਖ ਮਿਲਣਗੇ। ਨਾਮ ਜਪੋ,
ਤਾਂ ਜੋ ਤੁਹਾਡੇ ਮਨ ਨੂੰ ਸੁੱਖ ਮਿਲੇ। ਜਦੋਂ ਅਸੀਂ ਮਾਨਸਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਦੋਨੋਂ ਤੌਰ 'ਤੇ ਸੁਖੀ ਹੋਈਏ, ਅਸਲ ਉਹਦੀ ਅਸੀਂ ਸੁਖੀ ਹਾਂ। ਪੂਰਨ ਸੁਖੀ ਅਸੀਂ ਤਾਂ ਹੈ ਜਦੋਂ ਸਰੀਰ ਅਤੇ ਮਨ ਕਰਕੇ ਸੁਖੀ ਹੋਈਏ। ਉਹੀ ਫਿਰ ਸੁਖੀ ਹੁੰਦਾ ਜਿਹਦੇ ਕੋਲ ਮਾਇਆ ਵੀ ਹੋਵੇ ਅਤੇ ਨਾਲ ਨਾਮ ਧਨ ਵੀ ਹੋਵੇ। ਇਸ ਲਈ ਅਸੀਂ ਮਾਇਆ ਵੀ ਕਮਾਣੀ ਹੈ, ਦਸਾਂ ਨੌਂ ਦੀ ਕਿਰਤ ਕਰਕੇ ਕਮਾਣੀ। ਦੂਜੀ ਮਾਇਆ ਦੇ ਪ੍ਰਵਾਨ ਨਹੀਂ ਗੁਰੂ ਘਰ 'ਚ। ਗੁਰ ਪੀਰ ਹਾਮਾ ਤਾਂ ਪਰੈ ਜਾ ਮੁਰਦਾਰ ਨਾ ਖਾਏ। ਜਦ ਅਸੀਂ ਹਰਾਮ ਦੀ ਕਮਾਈ ਨਹੀਂ ਖਾਵਾਂਗੇ ਤਾਂ ਗੁਰੂ ਮਹਾਰਾਜ ਸਾਡੀ ਸਿਫਾਰਿਸ਼ ਕਰਨਗੇ। ਮੈਂ ਪਾਠ ਵੀ ਕਰ ਰਿਹਾ, ਬਾਣੀ ਵੀ ਪੜ੍ਹ ਰਿਹਾ, ਪਰ ਰਿਸ਼ਵਤ ਲਈ ਜਾਏ ਲੱਗਾ ਰਹੇ। ਗੁਰੂ ਮਹਾਰਾਜ ਨੇ ਮੇਰੀ ਸਿਫਾਰਿਸ਼ ਹੀ ਨਹੀਂ ਕਰਨੀ। ਉਹਦੀ ਸਿਫਾਰਿਸ਼ ਤੋਂ ਬਿਨਾਂ ਮੈਂ ਰੱਬ ਨੂੰ ਨਹੀਂ ਮਿਲ ਸਕਦਾ। ਉਹ ਤਾਂ ਸਿਫਾਰਿਸ਼ ਜਿਵੇਂ ਉਹਨਾਂ ਦੀ ਗੱਲ ਮੰਨਾਂਗਾ ਤਾਂ ਹੀ ਕਰਾਂਗੇ। ਮਨੁੱਖ ਗੁਰੂ ਦੀ ਗੱਲ ਨਹੀਂ ਮੰਨਦਾ, ਆਪਣੀ ਮਰਜ਼ੀ ਨਾਲ ਭਜਨ ਬੰਦਗੀ ਕਰਦਾ, ਇਸ ਲਈ ਇਹਦੀ ਕੋਈ ਗੱਲ ਬਣਦੀ ਹੀ ਨਹੀਂ ਹੈਗੀ। ਕਈ ਜਨਮ ਲੰਘ ਜਾਂਦੇ ਨੇ। ਤਾਂ ਕਹਿੰਦੇ ਨਾਨਕ ਬਿਨ ਨਾਮੈ ਸਭ ਦੁੱਖ ਸੁੱਖ ਵਿਸਾਰੇ। ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਸੁੱਖ ਤੇ ਭੁੱਲ ਹੀ ਜਾਂਦੇ ਨੇ ਬੰਦੇ ਨੂੰ, ਸੁੱਖ ਤੇ ਮਿਲਦੇ ਹੀ ਨਹੀਂ ਹੈਗੇ। ਪਰ ਇੰਨਾ ਗਿਆਨ ਹੋਣ ਦੇ ਬਾਵਜੂਦ ਕਿੰਨੇ ਕੁ ਨੇ ਜਿਹੜੇ ਨਾਮ ਜਪਦੇ ਨੇ। ਜਿੰਨੀ ਸਤਸੰਗ ਬੈਠੀ ਹੈ, ਸੁਣ ਰਹੀ ਹੈ, ਸਾਰਿਆਂ ਨੂੰ ਪਤਾ ਲੱਗ ਗਿਆ ਵੀ ਨਾਮ ਤੋਂ ਬਿਨਾਂ ਸੁੱਖ ਨਹੀਂ। ਪਰ ਕਿੰਨੇ ਕੁ ਨੇ ਉਹ ਘੰਟੇ ਨੂੰ ਭੁੱਲਾ ਜਾਣਾ ਸਾਰਾ ਕੁਛ। ਕੱਲ੍ਹ ਨੂੰ ਫੇਰ ਇਹੀ ਗੱਲਾਂ ਕਰਨੀਆਂ ਪੈਣੀਆਂ, ਫੇਰ ਭੁੱਲ ਜਾਣਾ, ਪਰਸੋਂ ਨੂੰ ਫੇਰ ਇਹੀ ਗੱਲਾਂ। ਸਾਰੇ ਗੁਰੂ ਨੇ, ਸਾਰੇ ਭਗਤਾਂ ਨੇ ਇਹੀ ਗੱਲਾਂ ਕੀਤੀਆਂ, ਸਿਰਫ ਆਪਣੇ ਆਪਣੇ ਤਰੀਕੇ ਨਾਲ ਕੀਤੀਆਂ। ਬਾਣੀ ਦਾ ਤੱਤ ਸਾਰ ਹੈ ਵੀ ਸ਼ੁਭ ਕਰਮ ਕਰੋ ਤੇ ਨਾਮ ਜਪੋ, ਸਾਰੇ ਮਾੜੇ ਕੰਮ ਛੱਡ ਦਿਓ। ਹਰ ਬੰਦੇ ਨੂੰ ਪਤਾ ਕੀ ਮਾੜਾ ਤੇ ਕੀ ਚੰਗਾ। ਖਾਸ ਕਰ ਜਿਹੜੇ ਸਤ ਸੰਗਤ ਕਰਦੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਹੁਣ ਤੱਕ ਕੀ ਮਾੜਾ ਤੇ ਕੀ ਚੰਗਾ। ਬਸ ਮਾੜਾ ਛੱਡ ਦਿਓ, ਚੰਗੇ ਕਰੀ ਜਾਓ, ਨਾਲ ਨਾਮ ਜਪੀ ਜਾਓ। ਬਸ ਇੱਕ ਦਿਨ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਏਗੀ ਕਿ ਹਾਂ ਮੇਰਾ ਸਿੱਖ ਸ਼ੁਭ ਕਰਮ ਕਰਦਾ ਅਤੇ ਨਾਮ ਜਪਦਾ ਹੈ। ਜਿੱਦੇ ਉਹ ਖੁਸ਼ ਹੋ ਗਏ ਨਾ ਸਿਫਾਰਿਸ਼ ਕਰ ਦੇਣੀ, ਜਿੱਦੇ ਸਾਡੀ ਸਿਫਾਰਿਸ਼ ਪਰਮਾਤਮਾ ਨੇ ਮੰਨ ਲੈਣੀ। ਜਿਵੇਂ ਸਕੂਲ ਹੁੰਦਾ, ਬੱਚੇ ਨੇ ਐਪਲੀਕੇਸ਼ਨ ਦਿੱਤੀ, ਅਸੀਂ ਉਸ 'ਤੇ ਲਿਖਤਾ ਰਿਕਮੈਂਡਡ, ਸਿਫਾਰਿਸ਼ ਕੀਤੀ ਜਾਂਦੀ ਹੈ। ਪ੍ਰਿੰਸੀਪਲ ਕੋਲ ਜਾ ਵੀ ਲੈ ਜਾ ਰਹੀ, ਉਹਨੂੰ ਲਿਖਤਾ ਅਲਾਊਡ, ਆਗਿਆ ਦਿੱਤੀ ਜਾਂਦੀ ਹੈ। ਟੀਚਰ ਨੇ ਲਿਖਤਾ ਸਿਫਾਰਿਸ਼ ਕੀਤੀ ਜਾਂਦੀ ਹੈ। ਪ੍ਰਿੰਸੀਪਲ ਨੇ ਕਿਹਾ ਨਾਟ ਅਲਾਊਡ, ਉਹ ਨਹੀਂ ਲਿਖਦਾ, ਉਹ ਅਲਾਊਡ ਲਿਖਦਾ। ਟੀਚਰ ਨੇ ਸਿਫਾਰਿਸ਼ ਕਰਤੀ, ਉਹ ਅਲਾਊਡ ਕਰ ਦਿੰਦਾ। ਇੱਕ ਬੱਚਾ ਬਹੁਤ ਛੁੱਟੀਆਂ ਲੈਂਦਾ ਸੀ, ਮੈਂ ਦੁਖੀ ਹੋ ਗਿਆ, ਆ ਗਿਆ ਮੇਰੇ ਕੋਲ ਅਰਜ਼ੀ, ਮੈਂ ਲਿਖਤਾ ਨਾਟ ਰਿਕਮੈਂਡਡ। ਉਹਨੂੰ ਕੀ ਪਤਾ ਬੱਚੇ 6ਵੀਂ ਵਾਲੇ ਨੂੰ ਕੀ ਲਿਖਿਆ। ਉਹ ਤਾਂ ਖੁਸ਼ ਹੋ ਗਿਆ। ਟੀਚਰ ਨੇ ਪ੍ਰਿੰਸੀਪਲ ਚੱਕ ਕੇ ਅਰਜ਼ੀ ਸੁੱਟਤੀ ਹੇਠਾਂ, ਕਿ ਦੜ ਜਾ ਤੈਨੂੰ ਛੁੱਟੀ ਮਿਲਦੀ ਨਹੀਂ। ਕਿਹਾ ਸਰ ਜੀ ਨੇ ਲਿਖਿਆ, ਕਿਹਾ ਸਰ ਨੇ ਲਿਖਿਆ ਇਹਨੂੰ ਛੁੱਟੀ ਨਹੀਂ ਦੇਣੀ, ਇਸ ਲਈ ਜਦ ਭੱਜ ਤੈਨੂੰ ਛੁੱਟੀ। ਸੋ ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਸਿਫਾਰਿਸ਼ ਕਰਦੇ ਕਿਸੇ ਸਿੱਖ ਦੀ, ਪਰਮਾਤਮਾ ਅਲਾਊਡ ਕਰ ਦਿੰਦਾ ਵੀ ਹਾਂ ਮਨਜ਼ੂਰ ਹੈ ਭਾਈ, ਆ ਜਾ ਸੱਜਣ, ਤੈਨੂੰ ਤੇਰੇ ਲਈ ਦਰਵਾਜ਼ੇ ਖੁੱਲ੍ਹੇ ਨੇ। ਸੋ ਸਿਫਾਰਿਸ਼ ਜ਼ਰੂਰੀ ਹੈ। ਜਦੋਂ ਪਰਮਾਤਮਾ ਸਿਫਾਰਿਸ਼ ਮੰਨਦਾ ਤੇ ਅਫਸਰ ਕਿਉਂ ਨਹੀਂ ਮੰਨੇਗਾ। ਦੇਖੋ ਧਿਆਨ ਦੇਣਾ, ਜਦ ਰੱਬ ਉਹਦੀ ਵਡਿਆਈ ਕਰੀ ਚੱਲੋ ਉਹ ਖੁਸ਼ ਹੋ ਜਾਂਦਾ, ਤੇ ਆਮ ਬੰਦਾ ਕਿਉਂ ਨਹੀਂ ਖੁਸ਼ ਹੋਏਗਾ ਵਡਿਆਈ ਕਰਦੇ ਹੈ। ਆਮ ਬੰਦੇ ਨੂੰ ਖੁਸ਼ ਕਰਨ ਤਾਂ ਬਹੁਤ ਹੀ ਆਸਾਨ ਹੈ। ਰੱਬ ਕਹਿੰਦਾ ਜਿਹੜਾ ਮੇਰੀ ਵਡਿਆਈ ਕਰੇਗਾ ਮੈਂ ਉਸ 'ਤੇ ਖੁਸ਼ ਹਾਂ, ਮੈਂ ਸਾਰਾ ਕੁਛ ਅਦਾ ਕਰੂੰਗਾ, ਕਾਰਜ ਸਵਾਰੂੰਗਾ। ਜਦੋਂ ਆਪਾਂ ਕਿਸੇ ਬੰਦੇ ਦੀ ਵਡਿਆਈ ਕਰਾਂਗੇ ਉਹ ਵੀ ਖੁਸ਼ ਹੋ ਜਾਂਦਾ ਹੈ। ਅਤੇ ਜਿਹੜੇ ਚਮਚੇ ਨੇ ਭਾਵੇਂ ਉੱਤੋਂ ਵਡਿਆਈ ਕਰਦੇ ਨੇ, ਉਹ ਵਡਿਆਈ ਕਰਕੇ ਆਪਣੇ ਕੰਮ ਕਰਾ ਲੈਂਦੇ ਨੇ। ਬਾਕੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਸੜਦੇ ਬਲਦੇ ਰਹਿੰਦੇ ਨੇ। ਇਹ ਚਮਚੀ ਹੈ ਜੀ ਅਫਸਰ ਦੀ, ਇਹ ਚਮਚਾ ਜੀ ਅਫਸਰ, ਜੋ ਮਰਜ਼ੀ ਕਹੀ ਜਾਓ, ਉਹ ਆਪਣਾ ਕੰਮ ਕਰਾ ਕੇ ਹੋ ਗਿਆ। ਇਸ ਲਈ ਵਡਿਆਈ ਕਰਨਾ ਫਰਜ਼ ਬਣਦਾ ਹੈ। ਪਰ ਸਿੱਖ ਨੂੰ ਕਹਿ ਤੂੰ ਝੂਠੀ ਵਡਿਆਈ ਨਹੀਂ ਕਰਨੀ, ਤੂੰ ਝੂਠੀ ਕਿਸੇ ਦੀ ਵਡਿਆਈ ਨਹੀਂ ਕਰਨੀ। ਜੋ ਸੱਚੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ। ਰੱਬ ਦੀ ਵੀ ਕਰੋ, ਚੰਗੇ ਬੰਦਿਆਂ ਦੀ ਵੀ ਵਡਿਆਈ ਕਰੋ, ਨਾਮ ਜਪੋ ਤਾਂ ਜੋ ਸੁੱਖ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਬੇਨਤੀ ਹੈ ਸਾਰੀ ਸੰਗਤ ਨੂੰ ਜੀ, ਜਿਹੜੇ ਵੀ ਸੁਣ ਰਹੇ ਹੋ, ਦੇਖ ਰਹੇ ਹੋ, ਕੱਲ੍ਹ ਨੂੰ 7 ਅਖੰਡ ਪਾਠ ਸਾਹਿਬ ਸ਼ੁਰੂ ਹੋ ਰਹੇ ਨੇ। ਆਪਾਂ ਧੰਨਾ ਭਗਤ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ।
ਉਸ ਸਬੰਧ ਦੇ ਵਿੱਚ ਇਹ 7 ਅਖੰਡ ਪਾਠ ਹੋਣਗੇ। ਪਾਠੀਆਂ ਨੂੰ ਬੇਨਤੀ ਹੈ ਆਪਣੀਆਂ ਡਿਊਟੀਆਂ ਤੁਸੀਂ ਯਾਦ ਰੱਖਣੀਆਂ ਨੇ। ਐਤਵਾਰ ਨੂੰ ਇੱਥੇ ਭੋਗ ਪੈਣ ਤੋਂ ਬਾਅਦ ਵੱਡੇ ਗੁਰਦੁਆਰਾ ਸਾਹਿਬ ਦੇ ਵਿੱਚ 10 ਵਜੇ ਤੋਂ ਲੈ ਕੇ 11 ਵਜੇ ਤੱਕ ਪ੍ਰੋਗਰਾਮ ਹੈ। ਅੱਧਾ ਘੰਟਾ ਕੀਰਤਨ ਹੋਵੇਗਾ, ਅੱਧਾ ਘੰਟਾ ਭਗਤ ਧੰਨਾ ਜੀ ਦੇ ਬਾਰੇ, ਜੀਵਨ ਬਾਰੇ, ਸਿੱਖਿਆ ਬਾਰੇ ਵਿਚਾਰ ਹੋਵੇਗੀ। ਸੋ ਆਪ ਜੀ ਨੇ ਸਭ ਨੇ ਯਾਦ ਰੱਖਣਾ। ਕੱਲ੍ਹ ਨੂੰ ਅਖੰਡ ਪਾਠ ਸ਼ੁਰੂ ਹੋ ਰਹੇ ਨੇ, ਆਪਣੀ ਆਪਣੀ ਡਿਊਟੀਆਂ ਯਾਦ ਰੱਖਣੀਆਂ ਅਤੇ ਇੱਕ ਦੂਜੇ ਨੂੰ ਦੱਸ ਵੀ ਦੇਣਾ। ਕਈ ਵਾਰੀ ਕੋਈ ਨਹੀਂ ਸੁਣ ਰਿਹਾ ਹੁੰਦਾ, ਇੱਕ ਦੂਜੇ ਨੂੰ ਦੱਸ ਦੇਣਾ ਕਿ ਭਾਈ ਕੱਲ੍ਹ ਤੋਂ ਅਖੰਡ ਪਾਠ ਸ਼ੁਰੂ, ਆਪਣੀ ਡਿਊਟੀਆਂ ਯਾਦ ਰੱਖੋ ਅਤੇ ਐਤਵਾਰ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਵੱਡੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।